और उस टाइम के उत्ते इंदिरा गांधी ने ज्ञानी जैल सिंह नूं ये पूछया है, लफज वो हू बहू है, ये कौन है। तो ज्ञानी जैल सिंह ने इंदिरा गांधी ने कहा है, ये भिंडर वाला है, ये भिंडर वाला है। तो ਉਹਦੀ अगों जो वर्जन सीगा इंदिरा गांधी का वो ये सी जो उन्हें कहा, और इसके बारे में सोचना होगा। प्रकाश सिंह बादल अज भी स्टेजां ते गल कहंदे आ भी जे संत करतार सिंह जी पिंडरां वाले एमरजेंसी दे विच साडी बांह ना फड़दे, हिंदुस्तान के लोगों की बांह ना फड़दे, तो ये एमरजेंसी नहीं सी टुटनी। सिखां ने और सारे लीडरां ने जेलों में सड़ जाना सी और इंदिरा गांधी का जुल्म जिहड़ा सी बरकरार रहना सी। जून 1984 ਵਿੱਚ जो कहर उस वेले ਦੀ ਭਾਰਤ ਸਰਕਾਰ ਵੱਲੋਂ ਸਿੱਖ ਧਰਮ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਵਿਖੇ ਢਾਇਆ ਗਿਆ, ਉਹ ਇੰਨੇ ਸਾਲ ਬੀਤ ਜਾਣ ਦੇ ਬਾਅਦ ਵੀ ਅੱਜ ਵੀ ਉਸ ਕਹਿਰ ਦੀ ਚੀਸ ਹਰ ਇੱਕ ਸਿੱਖ ਦੇ ਹਿਰਦੇ ਵਿੱਚ ਪੈਂਦੀ ਹੈ ਜਦੋਂ ਜੂਨ ਦਾ ਮਹੀਨਾ ਨੇੜੇ ਆਉਂਦਾ ਹੈ। ਸੋ ਜੂਨ ਦੇ ਮਹੀਨੇ ਦੇ ਵਿੱਚ ਸਿੰਘ ਉਹਨਾਂ ਸ਼ਹੀਦਾਂ ਨੂੰ ਯਾਦ ਕਰਦੇ ਨੇ ਜਿਨ੍ਹਾਂ ਨੇ ਇੱਥੇ ਸ਼ਹਾਦਤ ਪ੍ਰਾਪਤ ਕੀਤੀ। ਉਹ ਸਿੱਖ ਸ਼ਰਧਾਲੂ ਜਿਹੜੇ ਬਿਨਾਂ ਕਿਸੇ ਕਸੂਰ ਦੇ ਇੱਥੇ ਤਸ਼ੱਦਦ ਦਾ ਸ਼ਿਕਾਰ ਹੋਏ, ਕੋ ਕੇ ਸ੍ਰੀ ਦਰਬਾਰ ਸਾਹਿਬ ਦੀਆਂ ਪਰਿਕਰਮਾ ਵਿੱਚ ਮਾਰਿਆ ਗਿਆ। ਸੋ ਇਹ ਬਹੁਤ ਵੱਡਾ ਇੱਕ ਲੋਕਤੰਤਰ ਦੇ ਉੱਤੇ ਧੱਬਾ ਸੀ ਜੋ ਉਸ ਵੇਲੇ ਦੀ ਸਰਕਾਰ ਵੱਲੋਂ ਲਾਇਆ ਗਿਆ। ਜੇ ਅਸੀਂ ਗੱਲ ਕਰੀਏ ਉਸ ਵੇਲੇ ਦੇ ਚਸ਼ਮਦੀਦਾਂ ਦੀ, ਕਿਉਂਕਿ ਕਈ ਵਾਰ ਅਸੀਂ ਹੁਣ ਸੁਣਦੇ ਹਾਂ, ਅਸੀਂ ਉਦੋਂ ਪੈਦਾ ਵੀ ਨਹੀਂ ਹੋਏ ਸੀ, ਅਸੀਂ ਜਦੋਂ ਸੁਣਦੇ ਹਾਂ ਸਾਡਾ ਮਨ ਭਾਵਕ ਹੋ ਜਾਂਦਾ ਹੈ। ਅਸੀਂ ਸੋਚਦੇ ਹਾਂ ਕਿ ਕਿੱਦਾਂ ਦਾ ਸੀਨ ਹੋਊਗਾ, ਕਿੱਦਾਂ ਦਾ ਦ੍ਰਿਸ਼ ਹੋਊਗਾ ਜਦੋਂ ਆਪਣੇ ਹੀ ਦੇਸ਼ ਦੀ ਸਰਕਾਰ ਨੇ ਸਿੱਖਾਂ ਦੇ ਕੇਂਦਰੀ ਸਥਾਨ 'ਤੇ ਹਮਲਾ ਕਰ ਦਿੱਤਾ। ਤਾਂ ਸੋਚ ਕੇ ਦੇਖੋ ਕਿ ਜਿਹੜੇ ਉਸ ਵੇਲੇ ਦੇ ਚਸ਼ਮਦੀਦ ਸਨ ਉਹਨਾਂ ਦੇ ਦਿਲ 'ਤੇ ਕੀ ਬੀਤਦੀ ਹੋਵੇਗੀ ਉਸ ਸਮੇਂ, ਕਿਉਂਕਿ ਜਿਸ ਫੌਜ ਤੋਂ ਅਸੀਂ ਆਸ ਕਰਦੇ ਹਾਂ ਕਿ ਉਹ ਸਾਡੀ ਰੱਖਿਆ ਕਰਦੇ ਨੇ, ਉਹੀ ਫੌਜ ਜਦੋਂ ਚੜ੍ਹ ਕੇ ਸਿੱਖ ਸ਼ਰਧਾਲੂਆਂ ਨੂੰ, ਬੇਦੋਸ਼ੀਆਂ ਨੂੰ ਨਿਸ਼ਾਨਾ ਬਣਾਇਆ ਤਾਂ ਉਹ ਕਿੱਦਾਂ ਦਾ ਕਹਿਰ ਹੋਵੇਗਾ। ਸੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਲੜੀ ਸ਼ੁਰੂ ਕੀਤੀ ਗਈ ਹੈ ਜੋ ਕਿ ਉਸ ਵੇਲੇ ਦੇ ਚਸ਼ਮਦੀਦਾਂ ਦੇ ਨਾਲ ਗੱਲਬਾਤ ਦੀ ਸਿਲਸਿਲੇ ਦੇ ਵਿੱਚ ਅਸੀਂ ਦਰਸ਼ਕਾਂ ਦੇ ਰੂਬਰੂ ਕਰਵਾਉਂਦੇ ਰਹਿੰਦੇ ਹਾਂ। ਅੱਜ ਸਾਡੇ ਨਾਲ ਮੌਜੂਦ ਨੇ ਇੱਕ ਹੋਰ ਚਸ਼ਮਦੀਦ ਭਾਈ ਰਾਮ ਸਿੰਘ ਜੀ, ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਭਾਈ ਸਾਹਿਬ, ਸਭ ਤੋਂ ਪਹਿਲਾਂ ਤਾਂ ਤੁਸੀਂ ਆਪਣੇ ਪਿਛੋਕੜ ਬਾਰੇ ਜ਼ਰੂਰ ਦਰਸ਼ਕਾਂ ਦੇ ਨਾਲ ਸਾਂਝ ਪਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਾਤਾ ਪਿਤਾ ਜੀ ਅੰਮ੍ਰਿਤਧਾਰੀ ਸੀਗੇ, ਅੰਮ੍ਰਿਤ ਛਕਿਆ ਹੋਇਆ ਸੀ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ, ਔਰ ਉਸ ਇਲਾਕੇ ਦੇ ਵਿੱਚ ਪ੍ਰਚਾਰ ਕਰਨ ਵਾਸਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਗੁਰਬਚਨ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਾਇਆ ਕਰਦੇ ਸੀ, ਜਿਹੜਾ ਸਾਡਾ ਪਿੰਡ ਸੀ। ਮੇਰਾ ਪਿੰਡ ਝੋਕ ਹਰੀਹਰ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਜੀ। ਔਰ ਉਸ ਨਾਲ ਦੇ ਪਿੰਡਾਂ ਦੇ ਵਿੱਚ ਜਦੋਂ ਪਿੰਡ ਕਥਾ ਕੀਰਤਨ ਹੋਇਆ ਕਰਨਾ, ਤੇ ਬਾਪੂ ਜੀ ਨੂੰ ਇਸ ਦਾ ਬਹੁਤ ਸ਼ੌਂਕ ਸੀਗਾ। ਬਾਪੂ ਜੀ ਉੱਥੇ ਕਥਾ ਕੀਰਤਨ ਸੁਣਨ ਜਾਇਆ ਕਰਦੇ, ਤੇ ਸੁਣ ਕੇ ਉਹਨਾਂ ਦੇ ਮਨ ਦੇ ਵਿੱਚ ਵੀ ਇਹ ਚਾਅ ਆਇਆ ਵੀ ਸਾਡੇ ਪਿੰਡ ਵੀ ਇਹ ਜਿਹੜਾ ਪ੍ਰਚਾਰ ਹੈ ਹੋਣਾ ਚਾਹੀਦਾ। ਸਾਡਾ ਸਾਰਾ ਪਿੰਡ ਜਿਹੜਾ ਸੀ, ਜ਼ਿਆਦਾਤਰ ਜਿਹੜਾ ਸੀ ਉਹ ਕਾਮਰੇਡਾਂ ਦਾ ਪਿੰਡ ਸੀਗਾ ਉਸ ਟਾਈਮ ਦੇ, ਗੈਰ ਅੰਮ੍ਰਿਤਧਾਰੀ ਸਿੱਖਾਂ ਦਾ। ਇਕੱਲਾ ਸਾਡਾ ਅੰਮ੍ਰਿਤਧਾਰੀ ਪਰਿਵਾਰ, ਇਕੱਲਾ ਸਾਡਾ ਪਰਿਵਾਰ ਸੀ। ਅਸੀਂ ਮਹਾਂਪੁਰਖਾਂ ਨੂੰ ਬੇਨਤੀ ਕੀਤੀ, ਬਾਪੂ ਜੀ ਨੇ ਜਾ ਕੇ, ਤੇ ਮਹਾਂਪੁਰਖਾਂ ਨੇ ਬੇਨਤੀ ਪ੍ਰਵਾਨ ਕਰਕੇ 3 ਦਿਨ ਦਾ ਸਾਨੂੰ ਪਹਿਲੀ ਵਾਰ ਸਮਾਂ ਪਿੰਡ ਦੇ ਵਿੱਚ ਸਿੱਖੀ ਦੇ ਪ੍ਰਚਾਰ ਵਾਸਤੇ ਦਿੱਤਾ। ਔਰ ਜਦੋਂ ਮਹਾਂਪੁਰਖ ਆਏ ਤੇ ਫਿਰ ਉਸ ਪਿੰਡ ਦੇ ਵਿੱਚ ਆਸੇ ਸਾਡੇ ਪਿੰਡ ਦੇ ਵਿੱਚ ਫਿਰ ਕਥਾ ਕੀਰਤਨ ਜਦੋਂ ਸ਼ੁਰੂ ਹੋਇਆ ਤਾਂ ਬਹੁਤ ਸ਼ਹਿਬਰ ਲੱਗੀ। ਔਰ ਪਹਿਲੀ ਵਾਰ ਜਿਹੜਾ ਹੈਗਾ ਸੀ 3 ਦਿਨਾਂ ਦੇ ਵਿੱਚ, ਜਿੱਥੇ ਇੱਕ ਵੀ ਸਾਡਾ ਇਕੱਲਾ ਪਰਿਵਾਰ ਸਾਡਾ ਸੀ, ਉਸ ਸਾਡੇ ਪਿੰਡ ਦੇ ਵਿੱਚ 21 ਪਰਿਵਾਰਾਂ ਨੇ ਅੰਮ੍ਰਿਤ ਛਕਿਆ। ਜਦੋਂ 3 ਦਿਨਾਂ ਤੋਂ ਬਾਅਦ ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਕਥਾ ਤੋਂ ਪ੍ਰਭਾਵਿਤ ਹੋ ਕੇ ਔਰ ਪ੍ਰਚਾਰ ਤੋਂ ਪ੍ਰਭਾਵਿਤ ਹੋ ਕੇ 21 ਪਰਿਵਾਰ ਜਿਹੜੇ ਸੀ ਉਹ ਗੁਰੂ ਵਾਲੇ ਬਣੇ। ਇੱਥੋਂ ਫਿਰ ਸਾਡੇ ਪਰਿਵਾਰ ਦਾ ਟਕਸਾਲ ਦੇ ਨਾਲ ਜਿਹੜਾ ਹੈਗਾ ਉਹ ਮਿਲਾਪ ਸ਼ੁਰੂ ਹੋ ਜਾਂਦਾ ਹੈਗਾ। ਸੋ ਉਸ ਤੋਂ ਬਾਅਦ ਮੈਂ ਫਿਰ ਪੜ੍ਹਦਾ ਸੀਗਾ। ਮੈਂ ਤਾਂ ਉਸ ਟਾਈਮ ਦੇ ਉੱਤੇ 11ਵੀਂ ਹੁੰਦੀ ਸੀਗੀ, ਹਾਇਰ ਸੈਕੰਡਰੀ ਕਹਿੰਦੇ ਸੀ। ਮੈਂ 10ਵੀਂ ਪਾਸ ਕਰਕੇ 11ਵੀਂ ਦੇ ਵਿੱਚ ਪੜ੍ਹਦਾ ਪਿਆ ਸੀ, ਅਤੇ ਮਹਾਂਪੁਰਖਾਂ ਦਾ ਦੁਬਾਰਾ ਪ੍ਰੋਗਰਾਮ ਬਣਿਆ, ਅਤੇ ਸਾਡੇ ਪਿੰਡ ਦੇ ਵਿੱਚ ਮਹਾਂਪੁਰਖ ਸਾਡੇ ਘਰ ਦੇ ਵਿੱਚ ਉਹਨਾਂ ਨੇ ਆਸਣ ਲਾਇਆ। 4 ਦਿਨ ਮਹਾਂਪੁਰਖ ਸਾਡੇ ਘਰ ਦੇ ਵਿੱਚ ਆਪ ਉੱਥੇ ਉਹਨਾਂ ਨੇ ਆਪਣਾ ਪਲੰਘਾ ਲਾਇਆ, ਅਤੇ ਉੱਥੇ ਹੀ ਉਹ ਮਤਲਬ ਉਹਨਾਂ ਨੇ ਆਪਣਾ ਨਿਵਾਸ ਕੀਤਾ ਸੀਗਾ। ਅਤੇ ਜਦ ਕਿ ਅੱਜ ਤੱਕ ਟਕਸਾਲ ਦਾ ਇਤਿਹਾਸ ਹੈਗਾ ਵੀ ਮਹਾਂਪੁਰਖ ਕਿਸੇ ਪਰਿਵਾਰ ਦੇ ਵਿੱਚ ਉਹ ਕਦੀ ਨਹੀਂ ਸੀ ਆਪਣਾ ਪਲੰਘਾ ਲਾਉਂਦੇ ਹੁੰਦੇ, ਅਤੇ ਉੱਥੇ ਲੇਕਿਨ ਜਦੋਂ ਸਾਡੇ ਘਰ ਦੇ ਵਿੱਚ ਤਾਂ ਇੱਕ ਸਧਾਰਨ ਪਰਿਵਾਰ ਸੀ ਸਾਡਾ, ਅਤੇ ਉਹੀ ਸਾਡੇ ਕੋਲ ਉਹ ਸਥਾਨ ਘਰ ਦਾ ਕਮਰਾ ਸੀ। ਅਤੇ ਜਦੋਂ ਉਹਨਾਂ ਨੂੰ ਕਿਹਾ ਵੀ ਤੁਹਾਡਾ ਆਸਣ ਸਰਪੰਚ ਸਾਹਿਬ ਦੀ ਹਵੇਲੀ ਦੇ ਵਿੱਚ ਹੈ ਕਿ ਜਾਂ ਉੱਥੇ ਬੈਠ ਕੇ, ਉਹ ਕਹਿਣ ਲੱਗੇ ਨਹੀਂ, ਮੈਂ ਸਰਦਾਰ ਸੋਹਣ ਸਿੰਘ ਦੇ ਘਰੇ, ਉਹਨਾਂ ਦੇ ਘਰੇ ਹੀ ਮੈਂ ਜਿਹੜਾ ਹੈਗਾ ਉਹ ਆਸਣ ਲਾਊਂਗਾ, ਔਰ ਉੱਥੇ ਲਾਇਆ। ਤੋ ਇਸ ਤਰ੍ਹਾਂ ਇੱਥੋਂ ਸਾਰਾ ਜਿਹੜਾ ਹੈਗਾ ਉਹ ਸ਼ੁਰੂ ਹੋ ਕੇ, ਅਤੇ ਮੈਂ 11ਵੀਂ ਵਿੱਚ ਪੜ੍ਹਦਾ ਪਿਆ ਸੀਗਾ,
तो 11वीं पढ़द्या फिर जो महापुरख कथा करके इत्थों चले गए तो अगे प्रोग्रामां ते चले गए। तो महापुरखा ने बचन कर दिता भी ये बच्चा भचंगी सानू इस धर्म के प्रचार वास्ते दे दिओ। बापू जी नूं कहन लगे, बापू जी कहन लगे सत बचन जिवें तुहाडी मर्जी, जिवें तुहाडा हुक्म है जी। उस टाइम के उत्ते प्रभाव इन्ना सी ज़्यादा सी। और वो फिर मैनू जथा जिहड़ा नाभा साहब चंडीगढ़ के कोले सी जथा गया होया, बापू जी फिर मैनू उत्थे 11वीं चों पढ़दे होए नूं हटा के फिर मैनू उत्थे जाके छड्ड के बापू जी आए सीगे। फिर मैं टकसाल दे विच तकरीबन आही जून का महीना जिहड़ा जेठ का महीना ये संगरांद वाले दिन बापू जी नाभा साहब मैनू छड्ड के टकसाल दे पक्के तौर पर मैनू फिर उत्थे आए सीगे। उत्थों मैं विद्या जिहड़ी आपदी धार्मिक विद्या वो मैं शुरू की हैगी है। इस तरह करके मैं वो संत गुरबचन सिंह जी खालसा पिंडरां वाले उन्हां दे नाल ही संत करतार सिंह जी खालसा पिंडरां वाले जिहड़े उस मौके गड़वई की सेवा करते सीगे वो, और बाकी जिहड़ा नाल 150 पौने 200 सिंह सी वो विद्यार्थी के रूप दे विच सीगा। मेरी जिहड़ी पढ़ाई सी वो संत करतार सिंह जी महापुरखा ने गड़वई हर महापुरखा ने बाबा लाहौरा सिंह जिहड़े उस वेले विद्वान सीगे उन्हां दे कोले मेरा आसन ला के ते उन्हां दे कोले मेरी मैनूं सौंपिया भी तुसीं इन्हां नूं पढ़ाउणा हैगा विद्या देनी। जथे दे विच इस तरह ग्रुप वाइज ग्रुप दिते हुंदे सी भी आ तुहाडे कोल पढ़नगे तुहाडे कोल पढ़नगे। तो इत्थों मैं जिहड़ी आपदी श्री गुरु ग्रंथ साहिब जी की जिहड़ी संथां दा पाठ जिहड़ा मैं उत्थों शुरू कीता सीगा। ਉਹਦੇ ਉਹ ਮਹਾਂਪੁਰਖ ਜਿਹੜੇ ਆ ਜੂਨ 1969 ਦੇ ਵਿੱਚ ਫਿਰ ਉਹ ਸਮਾ ਜਾਂਦੇ ਹੈਗੇ ਆ ਜੀ। ਤੇ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਤੁਸੀਂ ਕਦੋਂ ਸੰਪਰਕ 'ਚ ਆਏ? ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦੇ ਨਾਲ ਮੈਂ ਬਾਅਦ ਦੇ ਵਿੱਚ ਆਇਆ, ਕਿਉਂਕਿ ਮੈਂ ਜੇ 69 ਦੇ ਵਿੱਚ ਸੰਤ ਸਮਾ ਜਾਂਦੇ ਆ ਫਿਰ ਸੰਤ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੂੰ ਸੇਵਾ ਮਿਲੀ ਔਰ ਉਹਨਾਂ ਨੂੰ ਸੇਵਾ ਪਹਿਲਾਂ ਦਿੱਤੀ ਹੋਈ ਸੀ। ਉਹਨਾਂ ਨੇ ਜਦੋਂ ਇਹ ਟਕਸਾਲ ਦੀ ਸੇਵਾ ਸ਼ੁਰੂ ਕੀਤੀ ਆ ਤਾਂ उस मौके मैनू फिर उन्होंने कीर्तन शुरू करवाया सीखण वास्ते। मैं कीर्तन शहीद सिख मिशनरी कॉलेज दे विच मैनू भी इत्थे भेजिया। इत्थों मैं 2 साल दे विच मिशनरी कॉलेज दे विचों मैं 2 साल कीर्तन सीखिया और फिर मैं टकसाल दे विच जा करके कीर्तन किया। और उत्थों मैं टकसाल दे नाल हैड रागी के तौर के उत्ते 77 जो महापुरखों का एक्सीडेंट होंदा उस गड्डी दे विच मैं आप हाज़र सीगा। असीं 5 जने उस गड्डी दे विच जो संत करतार सिंह जी का एक्सीडेंट होंदा इन बीटवीन संत करतार सिंह जी ने जिहड़ा सिੱਖੀ ਦੀ लहर प्रचार इन्ने जोरां नाल शुरू कर दिता सीगा। इन्ने जोरां दे नाल 7 साल का समा उन्होंने मिलिया सीगा। 7 साल के समय दे विच संतां ने पंजाब ही नहीं हिंदुस्तान ही नहीं बल्कि समुचे संसार दे विच विश्वासी सिखां नूं ये पता लग गया भी सिख की है, सिखां दा प्रचार की है। दमदमी टकसाल दे उस टाइम ते इन्नी उभर के सामने आई सी प्रचार तौर दे उत्ते दिन रात 24 घंटिਆਂ ਦੇ ਵਿੱਚੋਂ 18 घंटे मैं ये भी देखा 22 घंटे भी संत करतार सिंह जी ने कथा कीर्तन का प्रवाह चलाया है। ये ही शताब्दी आई है 350 साल श्री गुरु तेग बहादुर साहब जी की 300 साल गुरु तेग बहादुर साहब जी वो श्रोमणी गुरुद्वारा प्रबंधक कमेटी ने भी मनाई और वह प्रबंध जोड़ा सारा सीगा संत करतार सिंह जी हरां दे उदों इत्थे मोर्चा भी लगा हुआ सी एमरजेंसी का। जी एमरजेंसी का मोर्चा लग्या सी साडी जी सिख लीडरशिप सी वो सारी जेलों के बंद सी। उस टाइम के उत्ते तकरीबन सरदार प्रकाश सिंह बादल भी टौड़ा साहब भी जोड़े उस टाइम के उत्ते सारे जोड़े लीडर सी उस मौके दे सारे बंद सी और सारे हिंदुस्तान के जोड़े वड्डे आगू सीगे ओपोजिशन के और इंदिरा गांधी ने सारे बाकी जेलों के बंद किए सी चंद्रशेखर वगैरह सारे। उदों बाद जो श्रोमणी अकाली दल ने वो मोर्चा शुरू किया एमरजेंसी के खिलाफ। एमरजेंसी के खिलाफ 19 महीने मोर्चा चलिया। वो मोर्चा चलद्या अकाली दल का एक पक्ष काफ़ी कमज़ोर आ गया क्योंकि गिरफ्तारियां हो रही सी सरकार जी इस झुक नहीं रही हैगी सी। और उस टाइम के उत्ते जो डिकटेटर से फिर उन्होंने संत करतार सिंह जी हरा खालसा जी नूं अप्रोच की और संत करतार सिंह जी खालसा असीं गंगानगर सीगे। गंगानगर तो जथा जो असीं इत्थे आए तो सानूं जिहड़ा उस टाइम ते डिकटेटर मोर्चे दे सी श्रोमणी अकाली दल के प्रधान सी उन्होंने मिल के कहा भी बाबा जी हुण संतां दे मोढियां ते आ पई है तुसीं इस नूं पार लाओ और इस वेले हालत पंथ की जिहड़ी है मोर्चा फतेह होना चाहिए। चलो महापुरखा ने वचन देता संत करतार सिंह जी ने। उदों बाद जा करके फिर संतां ने एमरजेंसी के खिलाफ असीं
36 ਜਿਹੜੇ ਜਲੂਸ ਨਗਰ ਕੀਰਤਨ ਜਿਹੜੇ ਸੀ ਉਹ ਇਸ ਨਿਯਮ ਦੇ ਨਾਲ ਕੱਢਣੇ ਸ਼ੁਰੂ ਕੀਤੇ ਵੀ ਸਾਰੇ ਹਿੰਦੁਸਤਾਨ ਦੇ ਚਾਰੇ ਕੋਨਿਆਂ ਦੇ ਉੱਤੋਂ ਪਹਿਲਾ ਨਗਰ ਕੀਰਤਨ ਅਸੀਂ ਗੰਗਾ ਨਗਰ ਮੁਕਤਸਰ ਤੋਂ ਸ਼ੁਰੂ ਕੀਤਾ ਸੀਗਾ। ਇਸੇ ਤਰ੍ਹਾਂ ਸਾਰੇ ਪੰਜਾਬ ਦੇ ਵਿੱਚ 35 ਨਗਰ ਕੀਰਤਨ ਸ਼ੁਰੂ ਕੀਤੇ ਔਰ ਉਹਨਾਂ ਦਾ ਸਾਡਾ ਨਿਯਮ ਹੁੰਦਾ ਸੀ 300 ਸਾਲਾ ਇਹ ਗੁਰਪੁਰਬ ਹੈਗਾ ਗੁਰੂ ਤੇਗ ਬਹਾਦਰ ਜੀ ਦਾ ਤੇ 300 ਸਾਲਾ ਹੀ 300 ਵਾਹਨ ਉਹਦੇ ਵਿੱਚ ਮੋਟਰ ਕਾਰਾਂ ਗੱਡੀਆਂ ਜਿਹੜੇ ਸਾਰੇ ਆ ਉਹ ਹੋਣੇ ਚਾਹੀਦੇ ਹੈਗੇ। ਐਡਾ ਲਹਿਰ ਤੁਰ ਪਈ ਪੰਜਾਬ ਦੇ ਵਿੱਚ ਕਿ ਸਾਰਾ ਪੰਜਾਬ ਜਿਹੜਾ ਸੀ ਉਹ ਖੜਾ ਹੋ ਗਿਆ ਔਰ ਐਮਰਜੈਂਸੀ ਦੀ ਰਿਪੋਰਟ ਇਹ ਚਲੀ ਗਈ ਵੀ ਸੰਤ ਕਰਤਾਰ ਸਿੰਘ ਜੀ ਨੇ ਐਮਰਜੈਂਸੀ ਦੇ ਖਿਲਾਫ ਸਾਰੇ ਪੰਜਾਬ ਨੂੰ ਖੜਾ ਕਰ ਦਿੱਤਾ ਹੈਗਾ। ਉਸ ਗੱਲ ਨੂੰ ਐਕਸੈਪਟ ਸ਼੍ਰੋਮਣੀ ਕਮੇਟੀ ਨੇ ਵੀ ਮੰਨਿਆ, ਸ਼੍ਰੋਮਣੀ ਅਕਾਲੀ ਦਲ ਨੇ ਵੀ ਉਸ ਮੌਕੇ ਉਸ ਨੂੰ ਮੰਨਿਆ ਔਰ ਅਖੀਰਲਾ ਜਿਹੜਾ ਨਗਰ ਕੀਰਤਨ ਸੀਗਾ ਉਹਦਾ ਜਿਹੜਾ ਸਾਰਾ ਫਿਰ ਆਯੋਜਨ ਸਾਰਾ ਉਹ ਸਮੁੰਦਰੀ ਹਾਲ ਵਿੱਚ ਇੱਕ ਸਾਂਝੀ ਮੀਟਿੰਗ ਸੱਦ ਕੇ ਇੱਥੇ ਕੀਤਾ ਗਿਆ। ਸ਼੍ਰੋਮਣੀ ਕਮੇਟੀ ਨੇ ਪ੍ਰੋਗਰਾਮ ਲਿਖਿਆ, ਆਨੰਦਪੁਰ ਸਾਹਿਬ ਤੋਂ ਲੈ ਕੇ ਦਿੱਲੀ ਤੱਕ ਉਸ ਦਾ ਪ੍ਰੋਗਰਾਮ ਸਾਰਾ ਲਿਖਿਆ ਗਿਆ। ਜੀ ਸਰ, ਤੁਹਾਨੂੰ ਕੀ ਲੱਗਦਾ ਹੈ ਕਿ ਜੋ ਜੂਨ 1984 ਦਾ ਇਹ ਸਾਕਾ ਵਾਪਰਿਆ ਹੈ, ਘੱਲੂਘਾਰਾ ਵਾਪਰਿਆ, ਇਹਦਾ ਪਿਛੋਕੜ ਕਿੱਥੋਂ ਵੱਜਿਆ? ਕੀ ਸੰਤ ਜਰਨੈਲ ਸਿੰਘ ਜੀ ਤੋਂ ਹੀ ਇੰਦਰਾ ਗਾਂਧੀ ਨੂੰ ਸਿੱਖਾਂ ਪ੍ਰਤੀ ਨਫ਼ਰਤ ਹੋਣੀ ਸ਼ੁਰੂ ਹੋਈ ਜਾਂ ਇਸ ਤੋਂ ਪਹਿਲਾਂ ਵੀ ਕੋਈ ਘਟਨਾ ਹੋਈ? ਉਸ ਮੌਕੇ ਗਿਆਨੀ ਜੈਲ ਸਿੰਘ ਕਾਂਗਰਸ ਦੀ ਸਰਕਾਰ ਸੀ ਔਰ ਉੱਪਰ ਸਰਕਾਰ ਜਿਹੜੀ ਹੈਗੀ ਸੀ ਉਹ ਇੰਦਰਾ ਗਾਂਧੀ ਸੀ ਕਾਂਗਰਸ ਤੇ ਥੱਲੇ ਇੱਥੇ ਗਿਆਨੀ ਜੈਲ ਸਿੰਘ ਮੁੱਖ ਮੰਤਰੀ ਸੀਗੇ ਔਰ ਉਹਨਾਂ ਨੇ ਜਦੋਂ ਆਨੰਦਪੁਰ ਸਾਹਿਬ ਦੇ ਤੋਂ ਅਸੀਂ ਨਗਰ ਕੀਰਤਨ ਸ਼ੁਰੂ ਕੀਤਾ ਤੇ ਮਹਾਂਪੁਰਖਾਂ ਨੇ ਕਾਲ ਦੇ ਦਿੱਤੀ ਵੀ ਜਿੰਨਾ ਪੰਜਾਬ ਹੈਗਾ ਉਹ ਸਾਰਾ ਇਸ ਨਗਰ ਕੀਰਤਨ ਵਿੱਚ ਸ਼ਾਮਲ ਹੋਏਗਾ। ਹਾਂਜੀ, ਇੱਕ ਨਗਰ ਕੀਰਤਨ ਸੰਤ ਜਰਨੈਲ ਸਿੰਘ ਜੀ ਖਾਲਸਾ ਉਸ ਟਾਈਮ ਦੇ ਉੱਤੇ ਮੁਖੀ ਦਮਦਮੀ ਟਕਸਾਲ ਨਹੀਂ ਸੀਗੇ, ਉਹ ਵਿਦਿਆਰਥੀ ਸੀ। ਉਹਨਾਂ ਦੀ ਜ਼ਿੰਮੇਵਾਰੀ ਲਾਈ ਗਈ ਵੀ ਤੁਸੀਂ ਰੋਡੇ ਪਿੰਡ ਤੋਂ ਨਗਰ ਕੀਰਤਨ ਸ਼ੁਰੂ ਕਰਕੇ ਉਹ ਤੁਸੀਂ ਦਿੱਲੀ ਲੈ ਕੇ ਆਉਣਾ ਹੈਗਾ ਔਰ ਉਹ ਨਗਰ ਕੀਰਤਨ ਉਧਰ ਦੀ ਲੈ ਕੇ ਆਏ ਤੇ ਇੱਕ ਨਗਰ ਕੀਰਤਨ ਜਿਹੜਾ ਇੱਥੋਂ ਸ਼ੁਰੂ ਕੀਤਾ ਉਹ ਐਡਾ ਵੱਡਾ ਨਗਰ ਕੀਰਤਨ ਸੀ ਕਿ ਆਨੰਦਪੁਰ ਸਾਹਿਬ ਤੋਂ ਜਦੋਂ ਨਗਰ ਕੀਰਤਨ ਸ਼ੁਰੂ ਹੋਇਆ ਤਾਂ ਅਸੀਂ ਰੋਪੜ ਆ ਗਏ ਸੀ ਤੇ ਪਿਛਲਾ ਸਮਾਂ ਜਿਹੜਾ ਹੈਗਾ ਸੀ ਨਗਰ ਕੀਰਤਨ ਅਜੇ ਆਨੰਦਪੁਰ ਸਾਹਿਬ ਤੋਂ ਸ਼ੁਰੂ ਨਹੀਂ ਸੀ ਹੋਇਆ। ਇੰਨਾ ਵਿਸ਼ਾਲ ਔਰ ਇੰਨੀਆਂ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਸੰਗਤਾਂ ਸ਼ਾਮਲ ਹੋਈਆਂ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵੀ ਸਾਰੇ ਥੋੜ੍ਹੇ ਪੈ ਗਏ ਤੇ ਦਿੱਲੀ ਜਦੋਂ ਪਹੁੰਚੇ ਦਿੱਲੀ ਦੀਆਂ ਸੰਗਤਾਂ ਨੇ ਜੋ ਉਸ ਨਗਰ ਕੀਰਤਨ ਸਵਾਗਤ ਕੀਤਾ ਉਸ ਦਾ ਅੱਜ ਤੱਕ ਲਾਮਿਸਾਲ ਉਹਦੀ ਦੁਬਾਰਾ ਮਿਸਾਲ ਸਾਹਮਣੇ ਨਹੀਂ ਹੋਈ। ਸੰਗਤ ਨੇ ਜਦੋਂ ਅਸੀਂ ਐਂਟਰ ਕੀਤਾ ਔਰ ਅਸੀਂ ਭਾਵੁਕ ਹੋ ਜਾਂਦੇ ਉਸ ਸਮਾਂ ਵੇਖ ਕੇ ਕਿਉਂਕਿ ਅੱਖੀਂ ਦੇਖਿਆ ਹੋਇਆ ਸੰਗਤਾਂ ਨੇ ਸੜਕਾਂ ਦੇ ਉੱਤੇ ਟੋਟਲ ਜਿਹੜੀ ਮਾਇਆ ਸੀ ਉਹ ਛਾਈ ਹੋਈ ਸੀ ਵੀ ਇਹ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਦੀ ਚਾਹੀਦਾ ਹੈ। ਉਪਕਾਰ ਵੀ ਸਤਿਗੁਰਾਂ ਦਾ ਵੱਡਾ ਹੈ ਜੀ, ਜੇ ਕੋਈ ਸਮਝੇ ਤਾਂ ਐਡਾ ਵੱਡਾ ਉਸ ਨਗਰ ਕੀਰਤਨ ਦੇ ਵਿੱਚ ਹੁਲਾਰਾ ਮਿਲਿਆ ਔਰ ਜਦੋਂ ਅਸੀਂ ਜਾ ਕੇ ਠਹਿਰੇ ਹਾਂ ਅਗਲੇ ਦਿਨ ਸਭ ਤੋਂ ਵੱਡਾ ਜਿਹੜਾ ਪ੍ਰੋਗਰਾਮ ਸੀਗਾ ਉਹ ਸੀਗਾ ਰਾਮਲੀਲਾ ਗਰਾਊਂਡ ਦੇ ਵਿੱਚ ਤੇ ਰਾਮਲੀਲਾ ਗਰਾਊਂਡ ਦੇ ਵਿੱਚ ਐਡਾ ਵੱਡਾ ਇਕੱਠ ਸੀ। BBC ਦਾ ਰਿਕਾਰਡਿੰਗ ਮੈਂ ਸੁਣ ਕੇ ਆਇਆ ਜਦੋਂ ਮੈਂ ਲੰਡਨ ਗਿਆ ਔਰ ਅਜੇ ਉੱਥੇ ਹੈਗੀ ਹੈ ਮੇਰੇ ਕੋਲ ਹੀ ਤਾਂ ਹੁਣ ਉਹ ਹੈ ਨਹੀਂ ਹੈ ਔਰ ਉਹਨਾਂ ਨੇ ਉਸ ਇਕੱਠ ਨੂੰ ਅਜੇ ਤੱਕ ਪੰਜਾਬ ਦਾ ਸਭ ਤੋਂ ਵੱਡਾ ਇਕੱਠ ਦੱਸਿਆ ਹੈਗਾ ਵੀ ਉੱਡਾ ਵੱਡਾ ਇਕੱਠ ਸਿੱਖਾਂ ਦਾ ਅੱਜ ਤੋਂ ਬਾਅਦ ਉਦੋਂ ਬਾਅਦ ਅੱਜ ਤੱਕ ਨਹੀਂ ਹੋਇਆ ਹੈਗਾ। ਲੱਖਾਂ ਦੀ ਗਿਣਤੀ ਦੇ ਵਿੱਚ ਉਹ ਇਕੱਠ ਸੀ। ਉਸ ਇਕੱਠ ਦੇ ਵਿੱਚ ਇੰਦਰਾ ਗਾਂਧੀ ਨੂੰ ਵੀ ਕਾਂਗਰਸੀਆਂ ਨੇ ਵੀ ਸੋਚਿਆ ਵੀ ਅਸੀਂ ਲੈ ਕੇ ਆਵਾਂਗੇ ਔਰ 2 ਸਟੇਜਾਂ ਬਣੀਆਂ ਹੋਈਆਂ। ਸਿੱਖ ਸਟੇਜ ਪਾਤਸ਼ਾਹ ਦੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਹੜੀ ਬਹੁਤ ਉੱਚੀ ਸਟੇਜ ਸੀ ਔਰ ਉਸ ਤੋਂ ਥੱਲੇ ਇੱਕ ਸਟੇਜ ਜਿਹੜੀ ਸੀ ਉਹ ਜਿੱਥੇ ਸਿਆਰੇ ਬੁਲਾਰਿਆਂ ਨੇ ਬੋਲਣਾ ਸੀ ਉਹ ਸਟੇਜ ਲੱਗੀ ਹੋਈ ਸੀ ਕਿਉਂਕਿ ਸਾਡੇ ਲੀਡਰ ਜਿਹੜੇ ਸੀ ਅਕਾਲੀ ਦਲ ਦੇ ਲੀਡਰ ਤਾਂ ਸਾਰੇ ਜੇਲ੍ਹਾਂ ਦੇ ਵਿੱਚ ਸੀ। ਜਿਹੜੇ ਕੁਝ ਬਾਹਰ ਹੈਗੇ ਸੀ ਜਾਂ ਸ਼੍ਰੋਮਣੀ ਕਮੇਟੀ ਦੇ ਆਗੂ ਸਾਹਿਬਾਨ ਸੀ ਉਹ ਉੱਥੇ ਜਿਹੜੇ ਚੁਣਿੰਦਾ ਕਿਉਂਕਿ ਉਸ ਸਟੇਜ ਦੇ ਉੱਤੇ ਚੁਣਿੰਦਾ ਬੰਦੇ ਜਾਣੇ ਸੀਗੇ ਕਿਉਂਕਿ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ ਔਰ ਸੰਤ ਕਰਤਾਰ ਸਿੰਘ ਜੀ ਹੋਰਾਂ ਨੇ ਵੀ ਉਸ ਸਟੇਜ ਦੇ ਉੱਤੇ ਜਾਣਾ ਸੀਗਾ। ਸੰਤ ਕਰਤਾਰ ਸਿੰਘ ਜੀ ਹੋਰਾਂ ਦੇ ਨਾਲ ਅਸੀਂ 3 ਸਿੰਘ ਸਾਰੇ ਉਸ ਸਟੇਜ ਦੇ ਉੱਤੇ ਅਸੀਂ ਚਸ਼ਮਦੀਦ ਗਵਾਹ ਹੈਗੇ ਹਾਂ। ਭਾਈ ਗੁਰਮੁਖ ਸਿੰਘ, ਭਾਈ ਰਿਸ਼ਪਾਲ ਸਿੰਘ ਤੇ ਭਾਈ ਰਿਸ਼ਪਾਲ ਸਿੰਘ ਤੇ ਦਾਸ ਭਾਈ ਗੁਰਮੁਖ ਸਿੰਘ ਤੇ ਰਿਸ਼ਪਾਲ ਸਿੰਘ ਇਹ ਸਿੰਘ ਅਸੀਂ 3 ਜਿਹੜੇ ਸੀ ਉਸ ਟਾਈਮ ਦੇ ਉੱਤੇ ਅਸੀਂ ਉਸ ਸੰਤਾਂ ਦੇ ਨਾਲ ਸਟੇਜ ਤੇ ਬੈਠ ਗਏ। ਬਾਕੀ ਵੀ ਸਾਰੇ ਬੈਠੇ ਹੋਏ ਸੀ। ਗੁਰਮੁਖ ਸਿੰਘ ਮੁਸਾਫਰ ਸ਼ਾਇਦ ਉਸ ਮੌਕੇ ਉਸ ਸਟੇਜ ਦਾ ਸ਼ਾਇਦ ਜੇ ਮੈਂ ਨਹੀਂ ਭੁੱਲਦਾ ਤੇ ਉਸ ਸਕੱਤਰ ਸੀਗਾ, ਸਟੇਜ ਸਕੱਤਰ ਸੀਗਾ। ਜਦੋਂ ਇੰਦਰਾ ਗਾਂਧੀ ਆਈ ਤਾਂ ਇਹ ਟੋਟਲ ਜਿੰਨੇ ਸਾਰੇ ਲੀਡਰ ਸੀ ਇਸ ਸਟੇਜ ਤੋਂ ਉਤਰ ਕੇ ਸਾਰੇ ਜਿਹੜੇ ਸੀ ਉਹ ਇੰਦਰਾ ਗਾਂਧੀ ਦੇ ਅੱਗੇ ਉਹਨੂੰ ਭੱਜ ਕੇ ਲੈਣ ਚਲੇ ਗਏ। ਸੰਤ ਕਹਿਣ ਲੱਗੇ ਵੀ ਇਹ ਤਾਂ ਇਹਨਾਂ ਨੇ ਬਹੁਤ ਗਲਤ ਕੀਤਾ। ਪਾਤਸ਼ਾਹ ਦਾ ਸਰੂਪ ਇੱਥੇ ਹੈ, ਇਹ ਇੱਕ ਜਨਾਨੀ ਆ, ਇੱਕ ਹੋਏਗੀ ਆਪਦੀ ਰਾਣੀ ਹੋਏਗੀ ਲੇਕਿਨ ਗੁਰੂ ਸਾਹਿਬ ਤੋਂ ਵੱਡੀ ਨਹੀਂ ਹੈ। ਇਹ ਗੁਰੂ ਸਾਹਿਬ ਦੇ ਅਦਬ ਦੇ ਵਿੱਚ ਅਪਮਾਨ ਹੈ। ਇਹਨਾਂ ਨੂੰ ਮੈਂ ਮਤਲਬ ਕਿ ਬੋਲੂੰਗਾ।
उस टाइम के उत्ते चलो वो स्टेज पर आई, वो भी आके बैठ गई और संतां ने मैनू बचन चेते, संतां ने मैनू कहंदे कि मेरे नाल तुसीं ऐं करके बैठ जाओ, ये एवें मेरे नाल लगणगे, ये सियासी हैगे ने, इन्हां दा कोई इतबार नहीं है। हाँ जी, तो असी तिन्ने जने संतां दे नाल ऐं करके पिछले पासों एक जना इत्थे इस तरह बैठ के वो बैठ गए। सो ये सारिया चीज़ां जिहड़ियां सीगियां असी उत्थे वेखियां। उस तो बाद चलो स्टेज चली, स्टेज चलदी पे ज्ञानी जैल सिंह जी भी बोले जदों अखीर ते आके, ज्ञानी जैल सिंह बोले, उस तो बाद इंदिरा गांधी ने बोलना सी। ज्ञानी जैल सिंह ने कुछ ਇਹੋ ਜਿਹੀਆਂ ਗੱਲਾਂ कर ਦਿੱਤੀਆਂ भी साडी स्टेज के उत्ते अज वो मतलब कि वो आई हुई है, देश की रानी आई है, तो ये साडा पंजाब दे नाल इन्हां दा बहुत बड़ा मान सम्मान है, रिश्ता वा वो है, बड़े सम्मान दे विच गल्लां कर दित्तियां। चलो उस तो बाद इंदिरा गांधी ने बोलना सी। इंदिरा गांधी के बोलण तो बाद संत करतार सिंह जी ने बोलना सी। और इंदिरा गांधी जो बोली है ज्ञानी जैल सिंह तो बाद, तो इंदिरा गांधी ने बोलदियां सार उठदियां सार ये लफ्ज़ कीते, आज से 350 साल, आज से 300 साल पहले जो दिल्ली का तख्त, जो मैं हिंदी दे विच बोली, मैं लफ्ज़ मैनूं अजे भी चेते ने भी अज तो 300 साल पहला जिहड़ा ये तख्त सीगा दिल्ली का, वो सिखां दे गुरुआं दे उपर जुल्म कर रहा सी। लेकिन अज उही तख्त जिहड़ा हैगा वो अज नमस्कार करने वास्ते आया हैगा। एक गल उन्हें ये कही। दूजी गल उन्हें ये कही बई मैं सिखां दे नाल बहुत प्यार करदी हाँ, पंजाबियों दे नाल बहुत प्यार करदी हाँ। मैं तो अपना बेटा भी जिहड़ा एक हैगा वो सिखां दे घर विआया हैगा, उहदा रिश्ता मैं सिखां दे घर कीता। इन्हां दा विचार ही बन गया सी भी जे संत करतार सिंह जी इंदिरा तो बाद इहदा बोलदे आ तो ये मतलब कि सारा कुछ इन्हां ने बोल देना हैगा। उन्हां दा ये हैगा सी संत, क्योंकि एक बेपरवाह शख्सियत सीगी, अगम्मी ताकत भी उन्हां कोल सी, दरगाही शक्ति सी उन्हां कोले। और उन्होंने ये सोच के भी संत करतार सिंह का नाम असी लिस्ट विचों कट देने हैगे भी बुलारियां दे विचों। वो संतां नूं पास की सी गल। संत कहंदे कोई गल नहीं, मैं बाद विच बोल लेना हैगा। जदों इंदिरा बोली तो इंदिरा तो बाद संत उस वेले उठ के जदे अजे ने अपनी जै अपना कहा तो बहन लगी तो संत उठ के खड़े हो गए तो संतां ने माइक फड़ लिया। संत आप संतां ने फड़ के तो सब तो पहला उन्होंने गल ये कहते जिथों शुरू किया, कहते भी मैं बीबी इंदिरा नूं कहूँगा भी उन्होंने आपकी गल कह दी हैगी आ, हुण खालसे ने बोलना है तो वो खालसे की गल सुन के जरूर जान। ये गल संतां ने इत्थों कह के संतां ने फिर वो सारी स्टेज जिहड़ी सी संतां दे जकारे भी शुरू हो गए, राज करेगा खालसा, हाँ जी पंथ की जीत, देख देख फतेह दे जकारे उत्थे गूंजे। तो फिर संतां ने नारा शुरू करता उत्थे, मेरा सिर जावे तो जावे, मेरा सिक्खी सिदक ना जावे। ये संतां ने उत्थे फिर सारा हाल सारा जिहड़ा पंडाल सी वो गूंज उठिया। उस तो बाद फिर संतां ने जिहड़ी अपनी गल शुरू की, कहन लगे भी मैं इस स्टेज के उत्ते गल तां अज थोड़ी जी होर करनी सी, लेकिन क्योंकि देश की प्रधानमंत्री ने इत्थे ये गल की है भी अज तो 300 साल पहला जिहड़ा तख्त सीगा सिखां दे गुरु दे उत्ते जुल्म होर कर रहा सी, ते मैं अज उही तख्त इत्थे नमस्कार करने वास्ते आया भी मैं उन्होंने ये गल कहनी चाहना अज बीबी इंदिरा नूं भी पहली गल तो उन्होंने अपने पिछोकड़ का पता होना चाहिए। जे उन्होंने आपदे पिछोकड़ का नहीं पता तो अज मैं उन्होंने दसदा, इनू ये पता होना चाहिए भी मैं धी किन्हां दी हैगी हाँ, भी ये कश्मीरी ब्राह्मणों की धी हैगी आ। ते गुरु तेग बहादुर साहब के उत्ते कोई जुल्म नहीं सी हो रहा। गुरु तेग बहादुर साहब नौवें पातशाह के उत्ते कौन जुल्म कर सकता? ये जुल्म हो रहा सी हिंदू धर्म के उत्ते और कश्मीरी ब्राह्मणों के उत्ते हो रहा सी, जिन्हां दा जनेऊ ला के धर्म बड़े जोर के उत्ते परिवर्तन हो रहा सी। और इन्हां दे वड्डे वडेरे जिहड़े सी किरपा राम जिहड़ा पंडित सीगा वो अपने नाल दे साथियों नूं लै करके गल दे विच परना पा के आनंदपुर साहब गुरु तेग बहादुर साहब की हजूरी दे विच पहुँच के वो अरजोई की सी कि महाराज जे साडा धर्म जिहड़ा हैगा वो इस वेले कोई नहीं बचा सकदा, कोई उन्हां दा देवी देवता कोई इस टाइम दे उत्ते साडा कोई पीर पैगंबर जिहड़ा हैगा हिंदू मत दा सानूं नहीं बचा सकदा। साडा धर्म जिहड़ा परिवर्तन हो रहा और जिहड़ा औरंगजेब आ सानूं जबरदस्ती मुसलमान बना रहा, ते इस करके फिर ये साडी रक्षा कीती जावे। ये बेनती गुरु तेग बहादुर साहब दे कोले आके तुहाडे वड्डियां वडेरियां ने कीती सी जी, और ये उन्हां दी बेनती प्रवान करके तुहाडे धर्म की रक्षा करने वास्ते गुरु तेग बहादुर साहब जी ने तुहाडे धर्म की
ਬਾਂਹ ਫੜੀ ਸੀ, ਤੁਹਾਡੀ ਬਾਂਹ ਫੜੀ ਸੀ ਔਰ ਕਹਿ ਦਿੱਤਾ ਸੀ ਜਾਓ ਜਾ ਕੇ ਰੰਗੇ ਨੂੰ ਕਹਿ ਦਿਓ ਦਿੱਲੀ ਜਾ ਕੇ ਵੀ ਜੇ ਗੁਰੂ ਤੇਗ ਬਹਾਦਰ ਸਾਹਿਬ ਆਪ ਧਰਮ ਵਿੱਚ ਪਰਿਵਰਤਨ, ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਸੀਂ ਧਰਮ ਪਰਿਵਰਤਨ ਕਰਵਾ ਲੋਗੇ ਅਸੀਂ ਆਪਣੇ ਆਪ ਸਾਰੇ ਹੋ ਜਾਵਾਂਗੇ। ਸੋ ਇਹ ਜਿਹੜੀ ਗੱਲ ਤੁਸੀਂ ਬਹੁਤ ਸੁਣੀ ਹੈ, ਲੇਕਿਨ ਜੋ ਸੰਤਾਂ ਨੇ ਉੱਤੇ ਸਟੇਜ ਤੇ ਕਿਹਾ, ਪਹਿਲੀ ਗੱਲ। ਦੂਜੀ ਗੱਲ ਉਹ ਕਹਿੰਦੇ ਵੀ ਸਿੱਖਾਂ ਦੇ ਉੱਤੇ ਕੋਈ ਜ਼ੁਲਮ ਨਹੀਂ ਸੀ ਹੋ ਰਿਹਾ। ਮੈਂ ਅੱਜ ਇਹ ਗੱਲ ਕਹਿਣੀ ਚਾਹੁੰਦਾ ਵੀ ਇਹ ਜ਼ੁਲਮ ਉਸ ਹਿੰਦੂਆਂ ਦੇ ਉੱਤੇ ਹੋ ਰਿਹਾ ਸੀ, ਹਿੰਦੂ ਧਰਮ ਦੇ ਉੱਤੇ ਹੋ ਰਿਹਾ ਸੀ, ਤੇ ਗੁਰੂ ਖਾਲਸਾ ਜਿਹੜਾ ਸਜਿਆ ਉਹ ਮਜ਼ਲੂਮਾਂ ਦੀ ਰੱਖਿਆ ਕਰਨ ਵਾਸਤੇ ਹੈ। ਹਾਂਜੀ, ਤੇ ਧਰਮ ਦੀ ਚਾਦਰ ਬਣ ਕੇ, ਨਾ ਕਿ ਹਿੰਦੂਆਂ ਦਾ ਚਾਦਰ ਬਣ ਕੇ, ਹਿੰਦੁਸਤਾਨ ਦੀ ਚਾਦਰ ਨਹੀਂ, ਧਰਮ ਦੀ ਚਾਦਰ ਬਣ ਕੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਬਚਨ ਦਿੱਤਾ ਤੇ ਉਹਨਾਂ ਨੇ ਆ ਕਰਕੇ ਦਿੱਲੀ ਦੇ ਵਿੱਚ ਆ ਕਰਕੇ ਸ਼ਹਾਦਤ ਦਿੱਤੀ ਆਪਣੀ ਮੌਜ ਦੇ ਨਾਲ, ਆਪਣੀ ਮਰਜ਼ੀ ਦੇ ਨਾਲ। ਤੇ ਮੈਂ ਇਹ ਗੱਲ ਜੇ ਇਹ ਕਹਿੰਦੇ ਵੀ ਇੱਥੇ ਮੈਂ ਨਮਸਕਾਰ ਕਰਕੇ ਤੇ ਆਪਣੇ ਆਪ ਨੂੰ ਮੈਂ ਇਹ ਕਹਿੰਦੀ ਵੀ ਸਾਡੇ ਸਿਰ ਤੇ ਆਸਾਨ ਕਰਨ ਵਾਸਤੇ ਆਈ ਹੈ, ਇਹ ਸਾਡੇ ਸਿਰ ਤੇ ਇਹ ਕਹਿੰਦੀ ਹੈ ਵੀ ਅਸੀਂ ਮਤਲਬ ਸਿਰ ਝੁਕਾ ਕੇ ਤੇ ਅਸੀਂ ਬਹੁਤ ਆਸਾਨ ਕੀਤਾ ਹੈਗਾ ਸਿੱਖਾਂ ਦੇ ਉੱਤੇ। ਕੋਈ ਸਿੱਖਾਂ ਦੇ ਉੱਤੇ ਆਸਾਨ ਨਹੀਂ। ਮੈਂ ਇਹ ਗੱਲ ਕਹੂੰਗਾ ਵੀ ਜਿਹੜਾ ਦਿੱਲੀ ਤਖਤ ਦਾ ਜਿਹੜੇ ਰਾਜੇ ਹਿੰਦੂ ਹੈਗੇ ਆ, ਜੇ ਇਹ ਜਿੰਨੇ ਇਹਨਾਂ ਦੇ ਸਰੀਰ, ਜੋ ਉਹਨਾਂ ਦੇ ਲਫ਼ਜ਼ ਨੇ ਸਰੀਰ ਦੇ ਉੱਤੇ ਜਿੰਨੇ ਰੋਮ ਨੇ, ਇੰਨੀ ਵੇਰਾਂ ਸਿਰ ਵੱਢ ਕੇ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਅੱਗੇ ਇਹ ਹਾਜ਼ਰ ਕਰ ਦੇਣ ਤਾਂ ਵੀ ਸਿੱਖਾਂ ਦਾ, ਸਿੱਖ ਗੁਰੂ ਸਾਹਿਬਾਨਾਂ ਦਾ, ਇਹ ਸਿੱਖ ਧਰਮ ਦਾ ਦੇਣ ਨਹੀਂ ਦੇ ਸਕਦੇ। ਸੋ ਇੱਕ ਤਾਂ ਗੱਲ ਉਹਨਾਂ ਨੇ ਇਹ ਸਟੇਜ 'ਤੇ ਜਕਾਰੇ ਬੜੇ ਵੱਜੇ ਉੱਥੇ। ਦੂਜੀ ਗੱਲ ਉਹਨਾਂ ਨੇ ਕਹਿਤੀ ਵੀ ਉਹ ਕਿਹੜਾ ਸਿੱਖ ਹੋਏਗਾ ਜਿਹੜਾ ਆਪਣੀ ਲੜਕੀ ਹੈ ਉਹ ਕਿਸੇ ਮੁਆਨੇ ਸਿੱਖ ਨੂੰ ਦੇਊਗਾ। ਸਿੱਖ ਨੂੰ ਗੁਰਵਾਕ ਹੈ, ਗੁਰੂ ਸਾਹਿਬ ਦਾ ਬਚਨ ਹੈ ਵੀ ਕੰਨਿਆ ਦੇਵੇ ਸਿੰਘ ਕੋ ਲੇਵੈ ਨਾ ਕਿਛ ਦਾਮ, ਸੋਈ ਮੇਰਾ ਸਿੰਘ ਹੈ ਪਹੁੰਚੇ ਮੇਰੇ ਧਾਮ। ਕੋਈ ਵੀ ਸਿੱਖ ਜਿਹੜਾ ਹੈ ਗੁਰੂ ਦਾ ਸਿੱਖ ਹੈ, ਉਹ ਆਪਣੀ ਲੜਕੀ ਜਿਹੜੀ ਹੈ ਉਹ ਕਿਸੇ ਵੀ ਸਿਰ ਕਤਲ, ਜਿਹਨੇ ਕੇਸ ਕਤਲ ਕਰਵਾਏ ਨੇ, ਉਹਨੂੰ ਉਹ ਨਹੀਂ ਦਿੰਦਾ ਹੈਗਾ। ਉਹ ਦੂਸਰੀ ਗੱਲ ਵੀ ਕੱਟਦੀ ਸਰ। ਹਾਂਜੀ, ਮੈਂ ਕਿਹਾ ਬੀਬੀ ਦੀ ਦੂਜੀ ਗੱਲ ਵੀ ਉਹਨਾਂ ਨੇ ਉਹ ਕੱਟ ਦਿੱਤੀ। ਤੇ ਇਹ ਜਦੋਂ ਗੱਲ ਕੱਟ ਦਿੱਤੀ, ਹੁਣ ਇੱਥੇ ਇਹ ਗੱਲ ਜਿਹੜੀ ਹੈਗੀ ਆ, ਜਿਹੜੀ ਗੱਲ ਅੱਜ ਤੱਕ ਇਤਿਹਾਸ ਦੇ ਵਿੱਚ ਨਹੀਂ ਹੈ, ਜਿਹੜੀ ਗੱਲ ਮੈਂ ਆਪਣੇ ਕੰਨੀ ਸੁਣੀ ਆ, ਮੈਂ ਦਮਦਮੀ ਟਕਸਾਲ ਦੇ ਮੁਖੀਏ ਨੂੰ ਦੱਸੀ ਇਹ ਗੱਲ, ਹੋਰ ਵੀ ਕਈਆਂ ਥਾਵਾਂ ਦੱਸੇ, ਕਿਉਂਕਿ ਉਸ ਟਾਈਮ ਦੇ ਉੱਤੇ ਜਿਹੜੇ ਅੱਜ ਦੇ ਜਿੰਨੇ ਵੀ ਸਾਡੇ ਸਾਰੇ ਸਤਿਕਾਰਯੋਗ ਸਾਰੇ ਸਿੰਘ ਨੇ ਉਹ ਉਸ ਟਾਈਮ 'ਤੇ ਮੌਜੂਦ ਨਹੀਂ ਸੀ ਹੈਗੇ। ਅਸੀਂ 3 ਸਿੰਘ ਮੌਜੂਦਾਂ ਦੇ ਵਿੱਚ ਮੈਂ ਇਕੱਲਾ ਹੈਗਾ, ਬਾਕੀ ਸਿੰਘ ਮੇਰੇ ਨਾਲ ਦੇ ਸ਼ਹੀਦ ਹੋ ਚੁੱਕੇ ਹੈਗੇ ਆ, ਮਹਾਂਪੁਰਖ ਆਪ ਚਲੇ ਗਏ ਹੈਗੇ ਆ। ਔਰ ਉਸ ਟਾਈਮ ਦੇ ਉੱਤੇ ਇੰਦਰਾ ਗਾਂਧੀ ਨੇ ਗਿਆਨੀ ਜ਼ੈਲ ਸਿੰਘ ਨੂੰ ਇਹ ਪੁੱਛਿਆ ਹੈਗਾ, ਲਫ਼ਜ਼ ਉਹਦੇ ਹੂ ਬਹੂ ਹੈ, ਇਹ ਕੌਣ ਹੈ? ਤੇ ਗਿਆਨੀ ਜ਼ੈਲ ਸਿੰਘ ਨੇ ਇੰਦਰਾ ਗਾਂਧੀ ਨੂੰ ਕਿਹਾ ਹੈ, ਇਹ ਬਿੰਡਰ ਵਾਲਾ ਹੈ, ਇਹ ਬਿੰਡਰਾਂ ਵਾਲਾ ਹੈ। ਤਾਂ ਉਹਦੀ ਅੱਗੋਂ ਜੋ ਵਰਜਨ ਸੀਗਾ ਇੰਦਰਾ ਗਾਂधी ਦਾ, ਉਹ ਇਹ ਸੀ ਜੋ ਉਹਨੇ ਕਿਹਾ, ਇਸਕੇ ਬਾਰੇ ਮੇਂ ਸੋਚਣਾ ਹੋਗਾ। ਬਸ ਵੀ ਉਦੋਂ ਹੀ ਜਿਹੜੀ ਇੱਕ ਹਿਸਾਬ ਦਾ ਬਚ ਗਿਆ ਸੀ। ਤੁਸੀਂ ਜਿਹੜੀ ਇਹ ਨੀਂਹ ਰੱਖੀ ਗਈ ਆ, ਇਹ ਉਸ ਸਟੇਜ ਦੇ ਉੱਤੇ ਹੀ ਇੰਦਰਾ ਦੇ ਮਨ ਦੇ ਵਿੱਚ ਇਹ ਗੱਲ ਆ ਚੁੱਕੀ ਸੀ ਵੀ ਜਿਹੜੇ ਸਿੱਖ ਅੱਜ ਮੇਰੇ ਮੂੰਹ 'ਤੇ ਬੈਠ ਕੇ ਮੇਰੀ ਜਿਹੜੀ ਹੈ ਸਾਰੀ ਗੱਲ ਨੂੰ ਕੱਟ ਕੇ ਤੇ ਮੈਨੂੰ ਉਹ ਅਪਮਾਨਿਤ ਕਰ ਸਕਦੇ ਹੈਗੇ ਆ। ਔਰ ਸਿੱਖ ਤਾਂ ਇਹ ਜਿਹੜੇ ਸਿੱਖ ਹੈਗੇ ਨੇ ਚੈਲੰਜ ਕਰ ਰਿਹਾ ਹੈਗਾ। ਤੀਸਰੀ ਗੱਲ ਜਿਹੜੀ ਸਭ ਤੋਂ ਵੱਡੀ ਕਹਿ ਦਿੱਤੀ ਸੰਤਾਂ ਨੇ, ਜਿਹੜੀ ਗੱਲ ਕੀਤੀ, ਉਹਨਾਂ ਨੇ ਕਿਹਾ ਵੀ ਅੱਜ ਪੰਜਾਬ ਦੇ ਵਿੱਚ, ਸਾਰੇ ਹਿੰਦੁਸਤਾਨ ਦੇ ਵਿੱਚ ਮੈਨੂੰ ਪਤਾ ਵੀ ਅੱਜ ਐਮਰਜੈਂਸੀ ਲੱਗੀ ਹੋਈ ਆ, ਜਿੱਥੋਂ ਇੰਦਰਾ ਨੇ ਇਹ ਗੱਲ ਕਹੀ ਹੈ। ਔਰ ਇਹ ਇੰਦਰਾ ਮਤਲਬ ਐਮਰਜੈਂਸੀ ਲਾਈ ਹੋਈ ਹੈ। ਸਾਡੀ ਜ਼ੁਬਾਨ ਬੰਦ ਹੈ, ਸਾਡੀ ਕਲਮ ਬੰਦ ਹੈ, ਸਾਡੇ ਲੀਡਰ ਸਾਹਿਬਾਨ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਹੋਏ ਆ। ਲੇਕਿਨ ਅੱਜ ਮੈਂ ਹਿੰਦੁਸਤਾਨ ਦੀ ਰਾਣੀ ਜਿਹੜੀ ਸਟੇਜ 'ਤੇ ਬੈਠੀ ਹੈ, ਔਰ ਇਹ ਐਂ ਕਰਕੇ ਉਹਨਾਂ ਨੇ ਕਿਹਾ ਸੀ, ਐਂ ਕਰਕੇ। ਔਰ ਉਹ ਸਟੇਜ ਉਸ ਵੇਲੇ ਕੰਬੀ ਆ। ਜਦੋਂ ਕੋਈ ਖਾਲਸਾ ਜਦੋਂ ਆਪਣੀ ਜੌਤ ਦੇ ਵਿੱਚ ਗੱਲ ਕਰਦਾ ਹੈ ਨਾ, ਤੇ ਉਹ ਝੱਲੀ ਨਹੀਂ ਜਾਂਦੀ ਹੁੰਦੀ। ਅਸੀਂ ਤਾਂ ਅੱਖੀਂ ਦੇਖਿਆ ਹੈਗਾ। ਔਰ ਉਹ ਮਹਾਂਪੁਰਖਾਂ ਨੇ ਜਦੋਂ ਇਹ ਗੱਲ ਐਂ ਕਰਕੇ ਬਾਹਾਂ ਖੜੀਆਂ ਕਰਕੇ ਕਿਹਾ ਵੀ ਕਹਿੰਦੇ ਮੈਂ ਅੱਜ ਇਹ ਚੈਲੰਜ ਕਰਦਾ ਹੈਗਾ, ਬੀਬੀ ਇੰਦਰਾ ਨੂੰ ਸਟੇਜ 'ਤੇ ਬੈਠੀ ਆ, ਵੀ ਮੇਰੀਆਂ ਬਾਹਾਂ ਉੱਚੀਆਂ ਨੇ, ਜੇ ਇਹਦੀਆਂ ਹੱਥਕੜੀਆਂ ਦੇ ਵਿੱਚ ਤਾਕਤ ਹੈਗੀ ਆ ਤਾਂ ਮੇਰੀਆਂ ਬਾਹਾਂ ਨੂੰ ਹੱਥਕੜੀਆਂ ਮਾਰੇ। ਮੈਂ ਇਹਦੇ ਮੂੰਹ 'ਤੇ ਚੈਲੰਜ ਕਰਦਾ, ਮੈਂ ਨਹੀਂ ਮੰਨਦਾ ਐਮਰਜੈਂਸੀ ਨੂੰ। ਮੈਂ ਬੋਲੂੰਗਾ ਵੀ, ਮੈਂ ਐਮਰਜੈਂਸੀ ਦੇ ਖਿਲਾਫ ਵੀ ਚੱਲੂੰਗਾ, ਔਰ ਮੈਂ ਪ੍ਰਚਾਰ ਵੀ ਕਰੂੰਗਾ, ਮੈਂ ਲਿਖੂੰਗਾ ਵੀ। ਜੇ ਇਹਦੇ ਕੋਲ ਜੇ ਫੜ ਸਕਦੀ ਆ ਤਾਂ ਮੈਨੂੰ ਇੱਥੇ ਗ੍ਰਿਫਤਾਰ ਕਰ ਲਵੇ। ਉਸ ਟਾਈਮ 'ਤੇ ਇੰਦਰਾ ਗਾਂਧੀ ਨੇ ਹਿੱਲ ਕੇ ਫਿਰ ਪੁੱਛਿਆ ਜਿਹੜੀ ਗੱਲ ਤੁਹਾਨੂੰ ਮੈਂ ਕਹੀ ਆ ਵੀ ਇਹ ਕੌਣ ਹੈ, ਔਰ ਇਹ ਬਿੰਡਰ ਵਾਲਾ ਹੈ, ਤੇ ਔਰ ਇਸਕੇ ਬਾਰੇ में सोचना होगा। ਸੋਚਿਆ ਗਿਆ ਸੀ ਉਸ ਟਾਈਮ ਦੇ ਉੱਤੇ ਹੀ ਉਸ ਨੇ ਇਹ ਨੀਂਹ ਆਪਦੇ ਮਨ ਦੇ ਵਿੱਚ ਧਾਰ ਲਈ ਸੀ ਵੀ ਸਿੱਖ ਮੈਨੂੰ ਹਮੇਸ਼ਾ ਚੈਲੰਜ ਕਰਨਗੇ। ਇਹਨਾਂ ਦਾ ਪੱਕੇ ਤੌਰ 'ਤੇ ਕੋਈ ਨਾ ਕੋਈ ਸਾਨੂੰ ਇੱਕ ਵਾਰ ਇਹਨਾਂ ਨੂੰ ਜ਼ਰੂਰ ਦਬਾਉਣ ਵਾਸਤੇ ਕੋਈ ਬਣਨਾ ਪਏਗਾ। ਸੋ ਇਹ ਸੰਤ ਕਰਤਾਰ ਸਿੰਘ ਜੀ ਹਰਾਂ ਤੱਕ, ਇੱਥੋਂ ਤੱਕ ਜਿਹੜੀ ਸੀ ਇਹ ਮੈਂ ਸੰਤ ਕਰਤਾਰ ਸਿੰਘ ਜੀ ਹਰੀ ਹਾਂ। ਇਹਦੋਂ ਬਾਅਦ
2 ਸਾਲ ਫਿਰ ਚੱਲੇ ਆ। 75 ਤੋਂ ਲੈ ਕੇ 77 ਤੱਕ ਮਹਾਂਪੁਰਖ ਚੱਲੇ ਆ। ਪੰਜਾਬ ਦੇ ਵਿੱਚ ਪ੍ਰਚਾਰ ਕੀਤਾ ਉਸੇ ਤਰ੍ਹਾਂ ਹੀ, ਔਰ ਉਸ ਚੀਜ਼ ਨੂੰ ਲੈ ਕਰਕੇ ਐਮਰਜੈਂਸੀ ਇੰਦਰਾ ਗਾਂਧੀ ਨੂੰ ਤੋੜਨੀ ਪਈ। ਲੀਡਰ ਅੱਜ ਵੀ ਮੰਨਦੇ ਆ, ਅਕਾਲੀ ਦਲ ਦੇ ਪ੍ਰਧਾਨ ਵੀ ਮੰਨਦੇ ਆ। ਅੱਜ ਇਸ ਗੱਲ ਦੀ ਗਵਾਹੀ ਪ੍ਰਕਾਸ਼ ਸਿੰਘ ਬਾਦਲ ਜੀ ਵੀ ਬੈਠੇ ਨੇ, ਬਾਕੀ ਲੀਡਰ ਤਾਂ ਹੁਣ ਸ਼ਾਇਦ ਨਹੀਂ ਹੈ। ਪ੍ਰਕਾਸ਼ ਸਿੰਘ ਬਾਦਲ ਅੱਜ ਵੀ ਸਟੇਜਾਂ 'ਤੇ ਇਹ ਗੱਲ ਕਹਿੰਦੇ ਆ ਵੀ ਜੇ ਸੰਤ ਕਰਤਾਰ ਸਿੰਘ ਜੀ ਭਿੰਡਰਾਂਵਾਲੇ ਐਮਰਜੈਂਸੀ ਦੇ ਵਿੱਚ ਸਾਡੀ ਬਾਂਹ ਨਾ ਫੜਦੇ, ਹਿੰਦੁਸਤਾਨ ਦੇ ਲੋਕਾਂ ਦੀ ਬਾਂਹ ਨਾ ਫੜਦੇ, ਤੇ ਇਹ ਐਮਰਜੈਂਸੀ ਨਹੀਂ ਸੀ ਟੁੱਟਣੀ। ਸਿੱਖਾਂ ਨੇ ਔਰ ਸਾਰੇ ਲੀਡਰਾਂ ਨੇ ਜੇਲ੍ਹਾਂ ਵਿੱਚ ਸੜ ਜਾਣਾ ਸੀ, ਔਰ ਇੰਦਰਾ ਗਾਂਧੀ ਦਾ ਜ਼ੁਲਮ ਜਿਹੜਾ ਸੀ ਬਰਕਰਾਰ ਰਹਿਣਾ ਸੀ। ਅੱਜ ਵੀ ਸਟੇਜਾਂ 'ਤੇ ਇਹ ਗੱਲ ਕਹਿੰਦੇ ਆ। 75 ਤੋਂ ਬਾਅਦ ਸੰਤ ਕਰਤਾਰ ਸਿੰਘ ਜੀ ਹੋਰਾਂ ਨੇ ਫਿਰ ਪ੍ਰਚਾਰ ਚਾਲੂ ਰੱਖਿਆ ਹੈਗਾ ਆ ਕੇ, ਔਰ ਉਹਦੇ ਵਿੱਚ ਫਿਰ ਸਾਹਮਣੇ ਆਇਆ ਹੈਗਾ ਨਕਲੀ ਨਿਰੰਕਾਰੀਆਂ ਦਾ ਕਾਂਡ। ਨਕਲੀ ਨਿਰੰਕਾਰੀ ਦਾ ਕਾਂਡ ਜਦੋਂ ਪ੍ਰਚਾਰ ਦੇ ਵਿੱਚ ਆਇਆ, ਔਰ ਸਭ ਤੋਂ ਪਹਿਲਾਂ ਜਿਹੜੀ ਸਾਡੀ ਇਹਦੇ ਨਾਲ ਟੱਕਰ ਹੋਈ ਉਹ ਕਾਦੀਆਂ ਪਿੰਡ ਤੋਂ ਹੋਈ ਹੈ, ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ। ਕਾਦੀਆਂ ਸ਼ਹਿਰ ਦੇ ਵਿੱਚ ਅਸੀਂ ਕਸਬਾ ਹੈਗਾ, ਉੱਥੇ ਅਸੀਂ ਪ੍ਰਚਾਰ ਕਰਦੇ ਪਏ ਸੀ। ਤੇ ਇਹ ਮਹਿਤੇ ਪਿੰਡ ਤੋਂ ਅਗਲੇ ਪਾਸੇ ਬਰਿਆਰ ਪਿੰਡ ਆਉਂਦਾ, ਅਗਲੇ ਪਾਸੇ ਘੁਮਾਣ ਆਉਂਦਾ, ਭਗਤ ਨਾਮਦੇਵ ਜੀ ਦਾ ਪਿੰਡ, ਔਰ ਉਹ ਉੱਥੇ ਘੁਮਾਣ ਆਉਂਦਾ। ਉਸ ਘੁਮਾਣ ਦੇ ਵਿੱਚ ਨਕਲੀ ਨਿਰੰਕਾਰੀਆਂ ਨੇ ਆਪਦਾ ਪ੍ਰੋਗਰਾਮ ਰੱਖਿਆ ਸੀ, ਔਰ ਉਹ ਗੁਰੂਆਂ ਦੇ ਬਾਣੀ ਦੇ ਖਿਲਾਫ, ਗੁਰੂਆਂ ਦੀ ਬਾਣੀ ਦੀ ਰੀਸ ਲਾ ਕੇ ਆਪ ਉਹ ਗੁਰੂ ਬਣ ਕੇ ਉਹ ਪ੍ਰਚਾਰ ਕਰਦਾ ਸੀ। ਪਹਿਲੀ ਵਾਰ ਪੰਜਾਬ ਦੇ ਵਿੱਚ ਜਿੱਥੋਂ ਗੁਰੂ ਡੰਮ ਦੇ ਖਿਲਾਫ, ਹਾਂਜੀ, ਦੇਹਧਾਰੀ ਗੁਰੂਆਂ ਦੇ ਵੱਲੋਂ ਗੁਰੂ ਸਾਹਿਬਾਨ ਦੇ ਖਿਲਾਫ ਕੀ ਬੋਲਿਆ ਜਾਂਦਾ ਸੀ? ਉਹ ਗੁਰਬਾਣੀ ਅਵਤਾਰ ਬਾਣੀ ਸੀ ਉਹਨੇ ਰਚੀ ਹੋਈ। ਉਹ ਸਾਡੀ ਗੁਰਬਾਣੀ ਦੇ ਖਿਲਾਫ ਆਪਣੀ ਅਵਤਾਰ ਬਾਣੀ ਦਾ ਕਰਕੇ ਤੇ ਸਾਡੇ ਗੁਰੂਆਂ ਨੂੰ ਛਟਿਆ ਕੇ ਆਪਣੀ ਬਾਣੀ ਨੂੰ ਉੱਪਰ ਰੱਖਦਾ ਸੀ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਘੱਟ ਉਹ ਛਟਿਆ ਕੇ ਆਪਣੀ ਬਾਣੀ ਦਾ ਪ੍ਰਚਾਰ ਕਰਕੇ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਉਹ ਕਿੰਨਾ ਵੱਧ ਪ੍ਰਚਾਰ ਸਾਡੇ ਗੁਰੂ ਸਾਹਿਬਾਨਾਂ ਦੇ ਖਿਲਾਫ ਪ੍ਰਚਾਰ ਕਰਦਾ ਸੀ। ਔਰ ਉਹ ਆਪ ਗੁਰੂ ਬਣ ਕੇ, ਦੇਹਧਾਰੀ ਗੁਰੂ ਬਣ ਕੇ, ਤੇ ਆਪ ਦੇ ਨਾਲ ਆਪਦੀ ਘਰਵਾਲੀ ਨੂੰ ਬਿਠਾ ਕੇ, ਮਾਤਾ ਬਿਠਾ ਕੇ ਉਹ ਕਹਿੰਦਾ ਸੀ ਵੀ ਅਸੀਂ ਗੁਰੂ ਹਾਂ, ਸਾਡੇ ਕੋਲ ਗੁਰੂ ਨਾਨਕ, ਮੈਂ ਨਕਲੀ ਨਿਰੰਕਾਰ ਨਾਨਕ ਨਿਰੰਕਾਰ ਮੈਂ ਹੈਗਾ ਵਾ। ਹਾਂ, ਇਹ ਉਹ ਗੁਰੂ ਨਾਨਕ ਪਾਤਸ਼ਾਹ ਇੱਥੋਂ ਉਹਦੇ ਬੋਲ ਹੁੰਦੇ। ਇੱਥੋਂ ਜਦੋਂ ਸਾਰੇ ਸਿੱਖਾਂ ਨੇ ਸੁਣਿਆ, ਉਹ ਮਹਿਤੇ ਤੋਂ ਤਕਰੀਬਨ ਕੋਈ 12-15 ਕਿਲੋਮੀਟਰ ਦਾ ਏਰੀਆ, ਉਸ ਸਾਡੇ ਸਿੰਘਾਂ ਕੋਲੇ ਗੱਲ ਪਹੁੰਚੀ। ਬਾਬਾ ਥਾਰਾ ਸਿੰਘ ਜੀ ਸੀਗੇ, ਉਹ ਇੱਥੇ ਸਾਡੇ ਜਥੇਦਾਰ ਮਹਿਤਾ ਸਾਹਿਬ ਸੀਗੇ। ਇਹਨਾਂ ਨੂੰ ਜਦੋਂ ਪਤਾ ਲੱਗਾ, ਇਹਨਾਂ ਨੇ ਜਾ ਕੇ ਉੱਥੇ ਉਹਦਾ ਵਿਰੋਧ ਕੀਤਾ। ਵਿਰੋਧ ਕਰਕੇ ਫਿਰ ਜਾ ਕੇ ਇਹਨਾਂ ਨੇ ਸਾਨੂੰ ਜਾ ਕੇ ਕਾਦੀਆਂ ਮਹਾਂਪੁਰਖਾਂ ਨੂੰ ਜਾ ਕੇ ਦੱਸਿਆ ਵੀ ਬਾਬਾ ਜੀ ਆ ਫਿਰ ਬਾਅਦ ਕਾਦੀਆਂ ਤੋਂ ਮਹਾਂਪੁਰਖਾਂ ਨੇ ਜਥੇਦਾਰ ਸਿੰਘ ਵੀ ਨਾਲ ਭੇਜੇ, ਉਹਦਾ ਵਿਰੋਧ ਕੀਤਾ, ਉਹਨਾਂ ਨੂੰ ਉੱਥੋਂ ਭਜਾਇਆ, ਉਹਨਾਂ ਦਾ ਸਮਾਗਮ ਅਸੀਂ ਨਹੀਂ ਹੋਣ ਦਿੱਤਾ। ਇੱਥੋਂ ਸਾਡੇ ਇਹ ਗੱਲ ਹੋਏਗੀ 76 ਦੀ। 76 ਉਦੋਂ ਕਰਤਾਰ ਸਿੰਘ ਜੀ ਸੀ ਤੇ ਉਹਨਾਂ ਵੱਲੋਂ ਵੀ ਵਿਰੋਧ ਕੀਤਾ ਗਿਆ, ਸੰਤ ਕਰਤਾਰ ਸਿੰਘ ਜੀ ਭਿੰਡਰਾਂ ਦੇ। ਇਹ ਉਸ ਟਾਈਮ ਦੇ ਉੱਤੇ ਤੇ ਇਹ ਪ੍ਰਚਾਰ ਫਿਰ ਚੱਲਦਾ ਰਿਹਾ ਹੈਗਾ। ਇਹ ਨਕਲੀ ਨਿਰੰਕਾਰੀਆਂ ਦੇ ਖਿਲਾਫ, ਫਿਰ ਦੇਹਧਾਰੀਆਂ ਦੇ ਖਿਲਾਫ ਬੜੇ ਵੱਡੇ ਪੱਧਰ 'ਤੇ ਪ੍ਰਚਾਰ, ਕਿਉਂਕਿ ਉਸ ਟਾਈਮ ਦੇ ਉੱਤੇ ਇੱਕ ਕਮਿਊਨਿਜ਼ਮ ਦਾ ਪ੍ਰਚਾਰ ਵੀ ਬਹੁਤ ਜ਼ਿਆਦਾ ਸੀ ਪੰਜਾਬ ਦੇ ਵਿੱਚ। ਇੱਕ ਨਕਸਲਾਈਟ ਮੂਵਮੈਂਟ ਉਹ ਚੱਲੀ ਹੋਈ ਸੀ, ਇੱਕ ਆਨੰਦ ਮਾਰਗੀਏ ਸੀ। ਇਹ ਪ੍ਰਚਾਰ ਪੰਜਾਬ ਦੇ ਵਿੱਚ ਬੜੇ ਜ਼ੋਰਾਂ 'ਤੇ ਸੀ, ਜਿਨ੍ਹਾਂ ਨੂੰ ਸੰਤ ਕਰਤਾਰ ਸਿੰਘ ਜੀ ਹੋਰਾਂ ਨੇ ਠੱਲ ਪਾਈ ਸੀ, ਔਰ ਉਹਨਾਂ ਦੇ ਪ੍ਰਚਾਰਾਂ ਨੂੰ ਉਹ ਸਾਰੇ ਇੱਥੋਂ ਪੰਜਾਬ ਦੇ ਵਿੱਚੋਂ ਮਤਲਬ ਕਿ ਸਮਝ ਲਓ ਜਿਵੇਂ ਗਾਇਬ ਹੋ ਜਾਂਦੇ ਆ, ਉਹ ਘਟ ਗਏ ਸੀ। ਤੇ ਮਹਾਂਪੁਰਖਾਂ ਦਾ ਪ੍ਰਚਾਰ, ਗੁਰਮਤਿ ਦਾ ਪ੍ਰਚਾਰ ਜਿਹੜਾ ਸੀਗਾ, ਟਕਸਾਲ ਦਾ ਪ੍ਰਚਾਰ ਉਹਨਾਂ ਨੇ ਬੜੇ ਜ਼ੋਰਾਂ ਸ਼ੋਰਾਂ 'ਤੇ ਉੱਤੇ ਲਿਆਂਦਾ ਸੀਗਾ। ਇਹਦੇ ਵਿੱਚ ਕੀ ਹੁੰਦਾ ਹੈ, ਜਿੱਥੋਂ ਤੁਸੀਂ ਪੁੱਛਿਆ ਮੈਨੂੰ ਵੀ ਸੰਤ ਜਰਨੈਲ ਸਿੰਘ ਨੂੰ ਤੁਸੀਂ ਕਦੋਂ ਦੇ ਜਾਣਦੇ ਹੋ? ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਇਹ 7 ਭਰਾ ਸੀਗੇ। ਮਾਤਾ 2 ਨੇ, ਪਿਤਾ 1 ਆ। 5 ਭਰਾ ਇੱਕ ਮਾਤਾ ਦੇ ਵਿੱਚੋਂ ਆ, 2 ਭਰਾ ਇੱਕ ਵਿੱਚ। ਭਾਈ ਵੀਰ ਸਿੰਘ ਤੇ ਸੰਤ ਜਰਨੈਲ ਸਿੰਘ ਜੀ ਇੱਕ ਮਾਤਾ ਦੇ ਵਿੱਚੋਂ ਆ। ਭਾਈ ਵੀਰ ਸਿੰਘ ਵੱਡੇ ਸੀ ਤੇ ਸੰਤ ਜਰਨੈਲ ਸਿੰਘ ਜੀ ਛੋਟੇ ਸੀਗੇ। ਸਰਦਾਰ ਜੋਗਿੰਦਰ ਸਿੰਘ ਬਾਪੂ ਜੀ ਜਿਹੜੇ ਉਹ ਰੋਡੇ ਪਿੰਡ ਦੇ ਵਿੱਚ, ਉਸੇ ਪਿੰਡ ਵਿੱਚ ਸੰਤ ਕਰਤਾਰ ਸਿੰਘ ਜੀ, ਸੰਤ ਗੁਰਬਚਨ ਸਿੰਘ ਜੀ, ਵੱਡੇ ਸੰਤ ਸੁੰਦਰ ਸਿੰਘ ਜੀ, ਉਹ ਵੀ ਪ੍ਰਚਾਰ ਕਰਨ ਵਾਸਤੇ ਜਾਇਆ ਕਰਦੇ ਸੀ। ਉਹਨਾਂ ਦੇ ਕੋਲ ਵੀ ਇਹੀ ਗੱਲ ਵਾਪਰੀ ਹੈ ਵੀ ਜਦੋਂ ਅਜੇ ਸੰਤ ਜਰਨੈਲ ਸਿੰਘ ਜੀ 5 ਜਾਂ 7 ਸਾਲਾਂ ਦੇ ਸੀਗੇ ਅਜੇ, ਜਦੋਂ ਜਥਾ ਉੱਥੇ ਗਿਆ ਤੇ ਸੰਤ ਬਾਬਾ ਗੁਰਬਚਨ ਸਿੰਘ ਜੀ ਭਿੰਡਰਾਂ ਵਾਲਿਆਂ ਨੇ ਬਾਪੂ ਜੋਗਿੰਦਰ ਸਿੰਘ ਨੂੰ ਪੁੱਛਿਆ ਵੀ ਤੁਹਾਡੇ ਕਿੰਨੇ ਬੱਚੇ ਆ, ਕਿੰਨੇ ਬੱਚੇ ਹੈਗੇ ਆ? ਕਹਿਣ ਲੱਗੇ ਜੀ ਮੇਰੇ 7 ਬੱਚੇ ਆ। ਕਹਿਣ ਲੱਗੇ ਭਾਈ ਇੱਕ ਸਾਨੂੰ ਦੇ ਦਿਓ ਗੁਰਸਿੱਖੀ ਦੇ ਪ੍ਰਚਾਰ ਵਾਸਤੇ। ਮਹਾਂਪੁਰਖਾਂ ਨੇ ਉਹ ਬਾਪੂ ਜੀ ਕਹਿੰਦੇ 7 ਬਚਨ ਜੀ, ਕਹਿੰਦੇ ਜੀ ਹੁਕਮ ਕਰੋ ਕਿਹੜਾ? ਕਹਿਣ ਲੱਗੇ ਭਾਈ ਆ ਸਾਰਿਆਂ ਨਾਲ ਛੋਟਾ ਸਾਨੂੰ ਦੇ ਦਿਓ।
ਇਹ ਸੰਤ ਗੁਰਬਚਨ ਸਿੰਘ ਜੀ ਹਰਾਂ ਨੇ ਬਾਪੂ ਜੀ ਤੋਂ ਕਹਿ ਕੇ ਸੰਤ ਜਰਨੈਲ ਸਿੰਘ ਜੀ ਹਰਾਂ ਨੂੰ ਉਸ ਟਾਈਮ 'ਤੇ ਹੀ ਲੈ ਲਿਆ ਸੀਗਾ ਜੀ, ਜਦੋਂ 5-7 ਸਾਲ ਦੀ ਉਮਰ ਦੇ ਵਿੱਚ ਸੀ। ਉਦੋਂ ਬਾਅਦ ਫਿਰ ਸੰਤਾਂ ਮਤਲਬ ਕਿ ਉਹ ਤਾਂ ਪਿੰਡ ਰਹੇ ਨੇ, ਜਥਾ ਵਿਚਰਦਾ ਰਿਹਾ। ਔਰ ਮੇਰੇ ਜਥੇ ਵਿੱਚ ਆਉਣ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਜਥੇ ਦੇ ਵਿੱਚੋਂ ਅਖੰਡ ਪਾਠੀ ਬਣ ਕੇ ਪਿੰਡ ਵਿੱਚ ਚਲੇ ਗਏ ਸੀ ਜੀ। ਮੇਰੇ ਜਥੇ 'ਚ ਜਦੋਂ ਮੈਂ ਆਇਆ 1967 ਦੇ ਵਿੱਚ, ਉਦੋਂ ਆਉਣ ਤੋਂ ਪਹਿਲਾਂ ਉਹ ਆਪਣੀ ਅਖੰਡ ਪਾਠੀ ਬਣ ਕੇ 2 ਸਾਲ ਲਾ ਕੇ ਤੇ ਉਹ ਘਰ ਦੇ ਵਿੱਚ ਸੰਤਾਂ ਨੇ ਭੇਜ ਦਿੱਤਾ ਸੀ ਵੀ ਜਾ ਭਾਈ ਹੁਣ ਜਾ ਕੇ ਤੇਰਾ ਆਨੰਦ ਕਾਰਜ ਕਰਨਾ ਹੈਗਾ, ਤੂੰ ਆਨੰਦ ਕਾਰਜ ਕਰਾਉਣਾ, ਗ੍ਰਸਤੀ ਜੀਵਨ ਦੇ ਵਿੱਚ ਆਉਣਾ। ਔਰ ਉਹ ਉਹਨਾਂ ਨੂੰ ਵਾਪਸ ਭੇਜ ਦਿੱਤਾ। ਉਦੋਂ ਬਾਅਦ ਸੰਤ ਜਰਨੈਲ ਸਿੰਘ ਜੀ ਹਰਾਂ ਨੂੰ ਨਾਲ ਬਚਨ ਕਰ ਦਿੱਤਾ ਵੀ ਭਾਈ ਤੂੰ ਇੰਨਾ ਨਿਤਨੇਮ ਛੱਡਣਾ ਨਹੀਂ ਹੈ। ਉਹ ਨਿਤਨੇਮ ਦੇਖ ਲਓ ਸੰਤ ਜਰਨੈਲ ਸਿੰਘ ਜੀ ਦਾ, ਜਿਨ੍ਹਾਂ ਨੇ 5 ਜਪਜੀ ਸਾਹਿਬ ਦੇ ਪਾਠਾਂ ਤੋਂ ਸ਼ੁਰੂ ਕੀਤਾ ਸੀਗਾ। 5 ਜਪਜੀ ਸਾਹਿਬ ਦੇ ਪਾਠਾਂ ਤੋਂ ਕਰਦਿਆਂ ਸੰਤ ਜਰਨੈਲ ਸਿੰਘ ਜੀ ਦਾ ਜਿਹੜਾ ਜਦੋਂ ਅਸੀਂ ਦੇਖਿਆ ਹੈਗਾ, ਉਹ 151 ਪਾਠ ਵੀ ਜਪਜੀ ਸਾਹਿਬ ਦਾ ਉਹਨਾਂ ਦਾ ਨਿਤਨੇਮ ਰਿਹਾ ਹੈਗਾ। ਕਿੰਨਾ ਸਮਾਂ ਲੱਗਦਾ ਸੀ, ਸਾਰਾ ਦਿਨ ਹੀ ਕਰਦੇ ਰਹਿੰਦੇ? ਇਹੀ ਅੱਜ ਇਸ ਗੱਲ ਦਾ ਬੜਾ ਵੱਡਾ ਇੱਕ ਕੁਐਸਚਨ ਹੈਗਾ ਵੀ 151 ਪਾਠ ਹੋ ਨਹੀਂ ਸਕਦੇ ਹੈਗੇ। ਲੇਕਿਨ ਇਹ ਜਿਹੜੇ ਗੁਰਮਤਿ ਦੇ ਵਿੱਚ ਜਾਣੀ ਨੇ ਜਾਂ ਜੋ ਉਸ ਅਵਸਥਾ ਦੇ ਵਿੱਚ ਜਿਹੜੇ ਗੁਰਸਿੱਖ ਚਲੇ ਜਾਂਦੇ ਹੈਗੇ ਨੇ, ਉਹਨਾਂ ਵਾਸਤੇ ਪਤਾ ਹੁੰਦਾ ਵੀ ਇਹ ਪਾਠ ਫਿਰ ਕਿਵੇਂ ਹੁੰਦੇ ਆ। ਹਾਂਜੀ, ਇਹ ਪਾਠ ਜਦੋਂ ਤੁਹਾਡਾ ਸਿਮਰਨ ਜਿਹੜਾ ਕਹਿੰਦੇ, ਜਿਹੜੀ ਅੱਜ ਅਸੀਂ 4 ਤਰ੍ਹਾਂ ਦੀ ਬਾਣੀ ਹੈ ਸਾਡੀ, ਪਰਾ, ਪੈਖਰੀ, ਬਸੰਤੀ, ਮੱਧਮਾ। ਇਹ ਜਦੋਂ ਜਿਵੇਂ ਬਾਣੀ ਸਾਡੀ ਚੱਲਦੀ ਜਾਂਦੀ ਆ, ਉਵੇਂ ਬਾਣੀ ਜਿਹੜੀ ਸਾਡੀ ਆ ਉਹ ਫਿਰ ਉਸ ਸੁਰ ਦੇ ਨਾਲ ਸਾਡੀ ਆਪਣੇ ਆਪ ਹੀ ਮਿਲਦੀ ਜਾਂਦੀ ਹੈਗੀ। ਬਿਲਕੁਲ ਜੀ, ਉਹਦੇ ਨਾਲ ਤੁਹਾਨੂੰ ਤਾਂ ਪਤਾ ਹੈ। ਜੇ ਇੱਕ ਸੌਖੀ ਜਿਹੀ ਐਗਜ਼ਾਮਪਲ ਦੇ ਲਈਏ ਤਾਂ ਜੇ ਅਸੀਂ ਜਿਵੇਂ ਆਮ ਇੱਕ ਦੁਨਿਆਵੀ ਬੰਦਾ ਵਾ, ਜਦੋਂ ਪਾਠ ਕਰਦਾ ਉਹਦੇ ਮਨ ਵਿੱਚ ਬੜੇ ਫੁਰਨੇ ਆਉਂਦੇ ਨੇ, ਬੜੀਆਂ ਸੋਚਾਂ ਆਉਂਦੀਆਂ ਨੇ, ਉਹ ਪਾਠ ਹੋਰ ਲੰਮਾ ਹੁੰਦਾ ਜਾਂਦਾ ਕਿਉਂਕਿ ਫਿਰ ਹੁੰਦਾ ਉਹ ਪੰਕਤੀ ਤੇ ਆਪਣਾ ਧਿਆਨ ਲੈ ਕੇ ਆਉਂਦਾ, ਫਿਰ ਉਹਦਾ ਮਨ ਖਿੰਡਦਾ। ਪਰ ਜਦੋਂ ਬਿਲਕੁਲ ਇਕਾਗਰ ਹੋ ਕੇ ਆਪਾਂ ਕਰਦੇ ਹਾਂ ਤਾਂ ਸੱਚਮੁੱਚ ਹੀ ਬੜੀ ਤੇਜ਼ ਪਾਠ ਹੋ ਜਾਂਦਾ ਤੇ ਇੰਨਾ ਸਮਾਂ ਨਹੀਂ ਲੱਗਦਾ ਜਿੰਨਾ ਸੋਚਿਆ ਜਾਂਦਾ। ਉਹਨਾਂ ਦਾ ਇਹ ਪਾਠ ਸੀ 5 ਗ੍ਰੰਥੀ ਦਾ ਨਾਲ ਜੀ। ਪਹਿਲਾਂ ਤਾਂ ਉਹਨਾਂ ਨੂੰ 10 ਗ੍ਰੰਥੀ ਵੀ ਉਹ ਕਰਦੇ ਸੀਗੇ, ਕਿਉਂਕਿ ਉਹ ਦੇਖੋ ਮਤਲਬ ਜਿਹਨਾਂ ਉਹਨਾਂ ਨੂੰ ਕਦੀ ਸੁੱਤੇ ਨਹੀਂ ਸੀ ਵੇਖਿਆ, ਵੀ ਮੰਜੀ 'ਤੇ ਲੰਮੇ ਪਿਆ ਕਦੀ ਮੈਂ ਨਹੀਂ ਸੀ ਵੇਖਿਆ। ਜਿੰਨਾ ਚਿਰ ਉਹ ਮਤਲਬ ਜਦੋਂ ਕਿ ਮੇਰੇ ਸੰਪਰਕ ਦੇ ਵਿੱਚ ਆਏ ਨੇ, ਮੈਂ ਆ ਕੇ ਵੀ ਕਿਤੇ ਰਾਤ ਨੂੰ ਮਤਲਬ ਕਿਤੇ ਸੰਤ ਜਰਨੈਲ ਸਿੰਘ ਜੀ ਉਸ ਮੰਜੀ 'ਤੇ ਲੰਮੇ ਪਏ ਹੋਏ ਨੇ, ਜਾਂ ਉੱਥੇ ਆਸਨ ਇੱਥੇ ਲੱਗਾ ਹੋਇਆ, ਉਹਨਾਂ ਨੇ ਸਾਰੇ ਸਿੰਘਾਂ ਨੇ ਜਦੋਂ ਸੌਂ ਜਾਣਾ ਹੈਗਾ ਉਹਨੇ ਬਾਹਰ ਨਿਕਲ ਜਾਣਾ ਹੈਗਾ। ਸੋ ਇਹ ਉਹਨਾਂ ਦਾ ਜੀਵਨ ਸੀਗਾ। ਸੋ ਉਦੋਂ ਤੋਂ ਲੈ ਕੇ ਉਹਨਾਂ ਨੇ ਫਿਰ ਇਹ ਘਾਲਣਾ ਘਾਲੀ ਹੈਗੀ ਆ। ਬਾਕੀ ਉਹਨਾਂ ਦੀ ਗ੍ਰਸਤੀ ਜਿਹੜੀ ਜੀਵਨ ਹੈਗਾ ਉਹ ਬੜਾ ਕਠਿਨ ਉਹਨਾਂ ਦਾ ਜੀਵਨ ਸੀਗਾ। ਇਹ ਸੰਤ ਜਰਨੈਲ ਸਿੰਘ ਦਾ ਐਵੇਂ ਨਹੀਂ, ਅੱਜ ਦੁਨੀਆ ਦੇ ਉੱਤੇ ਸੰਤ ਜਰਨੈਲ ਸਿੰਘ ਦਾ ਨਾਮ, ਸੰਤ ਜਰਨੈਲ ਸਿੰਘ ਜਿੰਨੀ ਕਠਿਨ ਤਪੱਸਿਆ ਕੀਤੀ ਹੈਗੀ ਆ। ਘਰ ਦੇ ਵਿੱਚ ਹਾਲਾਤ ਵੀ ਇਸ ਤਰ੍ਹਾਂ ਦੇ ਸੀ, ਕੱਚਾ ਕੋਠਾ, ਉਹ ਕੋਠਾ ਅੱਜ ਵੀ ਕਿਤੇ ਜਾ ਕੇ ਤੁਸੀਂ ਦੇਖਿਓ, ਉਸ ਕੋਠੇ ਦੇ ਵਿੱਚ ਜਾ ਕਰਕੇ ਮਤਲਬ ਕਿ ਇੰਨੀ ਜਿਵੇਂ ਕਠਿਨ ਤਪੱਸਿਆ, ਜਿਵੇਂ ਗੁਰਬਾਣੀ ਦੱਸੀ ਗਈ ਉਹਨਾਂ ਨੂੰ ਵੀ ਇੰਨੀ ਕਠਿਨ ਤਪੱਸਿਆ ਦੇ ਨਾਲ ਆਹ ਅਵਸਥਾ ਚਾਲੂ ਹੁੰਦੀ ਆ, ਇੱਥੋਂ ਅਵਸਥਾ ਅੱਗੇ ਬਣਦੀ ਆ, ਓਨਾ ਹੀ ਉਹਨਾਂ ਨੇ ਉਦੋਂ ਤੋਂ ਉਹਨਾਂ ਨੇ ਉਹ ਸ਼ੁਰੂ ਕਰ ਲਿਆ। ਉਸ ਅਵਸਥਾ ਦੇ ਵਿੱਚ ਜਿੰਨਾ ਚਿਰ ਉਹ ਪਹੁੰਚੇ ਨਹੀਂ ਹੈਗੇ, ਉਹ ਫਿਰ ਉਹਨਾਂ ਚਿਰ ਉਹਨਾਂ ਨੇ ਪਿੱਛਾ ਭੌਂ ਕੇ ਨਹੀਂ ਵੇਖਿਆ ਹੈ ਜੀ। ਤੁਹਾਡੀ ਇਸ ਗੱਲ ਤੋਂ ਮੈਂ ਗੱਲ ਇੱਕ ਯਾਦ ਆ ਗਈ ਵੀ ਜਿਵੇਂ ਅੱਜ ਦੇ ਸਿੱਖਾਂ ਦੀ ਜੇ ਅਸੀਂ ਗੱਲ ਕਰੀਏ, ਵਿੱਚ ਮੈਂ ਉਹਦੇ ਸ਼ਾਮਲ ਹਾਂ ਕਿ ਅਸੀਂ ਅੰਮ੍ਰਿਤ ਛਕ ਲੈਂਦੇ ਹਾਂ, ਬਾਣਾ ਵੀ ਪਾ ਲੈਂਦੇ ਹਾਂ, ਅਸੀਂ ਕਈ ਵਾਰੀ ਗੱਲਾਂ ਵੀ ਵੱਡੀਆਂ ਕਰ ਦਿੰਦੇ ਹਾਂ, ਸੋਸ਼ਲ ਮੀਡੀਆ 'ਤੇ ਆ ਕੇ ਬਿਆਨ ਵੀ ਵੱਡੇ ਦੇ ਦਿੰਦੇ ਹਾਂ ਉਹਨਾਂ ਦੀ ਰੀਸ, ਸੰਤਾਂ ਦੀ ਰੀਸ ਦੇ ਨਾਲ। ਪਰ ਅਸਲ ਵਿੱਚ ਜਿਹੜਾ ਜੀਵਨ ਹੁੰਦਾ ਹੈ, ਅਸਲ ਵਿੱਚ ਗੁਰਸਿੱਖਾਂ ਦਾ ਜੀਵਨ ਹੀ ਇਹ ਸੀ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਜੋ ਬਾਣੀ 'ਚ ਲਿਖਿਆ, ਜਦੋਂ ਅਸੀਂ ਅੰਮ੍ਰਿਤਧਾਰੀ ਬਣ ਜਾਂਦੇ ਹਾਂ, ਸਾਡਾ ਇੱਕ ਫਰਜ਼ ਬਣਦਾ ਹੈ ਕਿ ਗੁਰਬਾਣੀ ਵਿੱਚ ਜੋ ਵੀ ਲਿਖਿਆ ਉਹ ਸਾਡੇ ਵਾਸਤੇ ਹੈ ਅਤੇ ਅਸੀਂ ਉਸ ਨੂੰ ਐਕਸਪੀਰੀਅੰਸ ਵੀ ਕਰ ਸਕਦੇ ਹਾਂ। ਅਸੀਂ ਜੋ ਵੀ ਗੁਰੂ ਸਾਹਿਬ ਜੀ ਦਾ ਉਪਦੇਸ਼ ਹੈ ਜੇ ਕਮਾਈਏ, ਉਹਨੂੰ ਲਾਗੂ ਕਰੀਏ ਆਪਣੇ ਜੀਵਨ ਦੇ ਵਿੱਚ। ਤੇ ਜੋ ਅਵਸਥਾਵਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵਿੱਚ ਬਿਆਨ ਕੀਤੀਆਂ ਨੇ, ਇਹ ਵੇ ਸੰਸਾਰ ਤੁਮ ਦੇਖਦੇ ਹਰ ਕਾ ਰੂਪ ਹੈ, ਹਰ ਰੂਪ ਨਦਰੀ ਆਇਆ, ਉਹ ਸਾਰੀਆਂ ਅਵਸਥਾਵਾਂ ਨੂੰ ਇੱਕ ਗੁਰਸਿੱਖ ਵੀ ਮਾਣ ਸਕਦਾ ਹੈ। ਤੁਹਾਡੀ ਇਸ ਗੱਲ ਦੇ ਵਿੱਚੋਂ ਯਾਦ ਆਈ ਵੀ ਜਦੋਂ ਗੁਰਸਿੱਖਾਂ ਦਾ ਇਹੀ ਟੀਚਾ ਹੁੰਦਾ ਸੀ, ਪੁਰਾਣੇ ਗੁਰਸਿੱਖਾਂ ਦਾ, ਕਿ ਜੋ ਗੁਰਬਾਣੀ ਵਿੱਚ ਅਵਸਥਾ ਹੈ ਮੈਂ ਉਸ ਨੂੰ ਮਹਿਸੂਸ ਕਰਾਂ ਔਰ ਮੈਂ ਉੱਥੋਂ ਤੱਕ ਪਹੁੰਚਾਂ, ਮੇਰੀ ਵੀ ਅਵਸਥਾ ਉਹ ਬਣੇ। ਅਸੀਂ ਟਕਸਾਲ 'ਚ ਰਹਿੰਦੇ ਸੀਗੇ, ਸਾਨੂੰ ਕਿਉਂਕਿ ਸੰਤ ਜਰਨੈਲ ਸਿੰਘ ਜੀ ਹੋਰਾਂ ਦੀ ਮੈਂ ਕੀਰਤਨ ਕਰਦਾ ਸੀ, ਜਿਹਦੇ ਨਾਲ ਜਦੋਂ ਫਿਰ ਸੰਤ ਜਰਨੈਲ ਸਿੰਘ ਜੀ ਹੋਰਾਂ, ਸੰਤ ਕਰਤਾਰ ਸਿੰਘ ਜੀ ਹੋਰਾਂ ਦੇ ਹੁੰਦਿਆਂ ਜਥੇ 'ਚ ਆ ਗਏ ਸੀ, ਜਥੇ ਦੇ ਵਿੱਚ ਹੀ ਆ ਗਏ ਸੀ, ਜਥੇ 'ਚ ਲੰਬਾ ਸਮਾਂ ਰਹਿੰਦੇ ਸੀ ਨਾਲ। ਅਸੀਂ ਵਿਦਿਆਰਥੀ ਇਕੱਠੇ ਰਹਿੰਦੇ ਹੁੰਦੇ ਸੀ ਉਦੋਂ, ਆਪਸ ਵਿੱਚ ਦੀ ਕਿਸੇ ਮੌਕੇ ਉਹ ਵੀ ਹੋ ਜਾਣਾ, ਫਿਰ ਵੀ ਪਰ ਨਾਲ ਅਸੀਂ ਉਹਨਾਂ ਦੇ ਜੀਵਨ ਤੋਂ। ਪਰ ਸੰਤ ਜਰਨੈਲ ਸਿੰਘ ਦੇ ਸਾਹਮਣੇ ਕੋਈ ਬੋਲ ਨਹੀਂ ਸੀ ਸਕਦਾ ਹੁੰਦਾ, ਉਦੋਂ ਵੀ ਵਿਦਿਆਰਥੀ ਹੁੰਦਿਆਂ ਹੋਇਆਂ ਵੀ ਸਾਰੇ ਡਰਦੇ ਹੁੰਦੇ ਸੀ ਵੀ ਇਹਨਾਂ ਦੇ ਮੂੰਹੋਂ ਕੋਈ ਬਚਨ ਨਾ ਨਿਕਲ ਜੇ।
ਔਰ ਜਿੱਥੇ ਜਦੋਂ ਇਹਨਾਂ ਨੇ ਆ ਕੇ ਬਹਿ ਜਾਣਾ ਚੁੱਪ ਕਰਕੇ ਸਾਰਿਆਂ ਨੇ ਆ ਕਰਕੇ ਦੜ ਵੱਟ ਜਾਣੀ ਵੀ ਉਦੋਂ ਭਾਈ ਜਰਨੈਲ ਸਿੰਘ ਕਹਿੰਦੇ ਸੀ ਵੀ ਭਾਈ ਜਰਨੈਲ ਸਿੰਘ ਆ ਗਿਆ ਹੈਗਾ। ਦੇਖੋ ਸਹਿਜ ਪਾਠ ਕਰਨਾ, ਮਹੀਨੇ ਬਾਅਦ ਸਹਿਜ ਪਾਠ ਪਾਉਣਾ, ਭੋਗ ਪਾਉਣਾ, ਉਹ ਪਾਉਣਾ ਹੀ ਪਾਉਣਾ ਹੈਗਾ ਸਹਿਜ ਪਾਠ ਜਿਹੜਾ ਹੈਗਾ। ਫਿਰ ਜਪਜੀ ਸਾਹਿਬ ਦੇ ਪਾਠ 101 ਪਾਠ ਤੇ ਇਹਨਾਂ ਦਾ ਜੀਵਨ ਦਾ ਇੱਕ ਅੰਗ ਸੀ ਨਾ ਜੀ। ਜਦੋਂ ਇਹਨਾਂ ਨੇ ਵਿਸ਼ੇਸ਼ ਤੌਰ ਤੇ ਫਿਰ ਕਰਨਾ ਸ਼ੁਰੂ ਕੀਤਾ ਪਿੱਛੋਂ ਆ ਕੇ, ਤਾਂ ਫਿਰ ਜਦੋਂ ਪਰ ਸੰਤਾਂ ਨੇ ਫਿਰ ਇਹਨਾਂ ਨੂੰ ਕਹਿਤਾ ਸੀ ਸਿੰਘਾ ਮਤਲਬ ਕਿ ਸਰੀਰ ਦੇ ਉੱਤੇ ਅਸਰ ਨਹੀਂ ਪੈਣ ਦੇਣਾ ਹੈਗਾ। ਇੱਕ ਵਾਰ ਕੀ ਹੋਇਆ ਸੀਗਾ, ਇਹਨਾਂ ਨੇ ਨਿਯਮ ਰੱਖ ਲਿਆ ਸੀਗਾ ਆਪਦੇ ਘਰ ਦੇ ਵਿੱਚ, ਤੇ 24 ਘੰਟਿਆਂ ਦੇ ਵਿੱਚ ਇੱਕ ਬੁਰਕੀ ਪ੍ਰਸ਼ਾਦਾ ਛਕਣਾ ਹੈਗਾ, ਇੱਕ ਰੋਟੀ ਦਾ ਚੌਥਾ ਹਿੱਸਾ ਜਿਹੜਾ ਹੈਗਾ ਖੰਨੀ ਜਿਹਨੂੰ ਕਹਿੰਦੇ ਹੈਗੇ ਹਾਂਜੀ, ਉਹ 24 ਘੰਟਿਆਂ ਦੇ ਕਿਸੇ ਦੇ ਮੱਥੇ ਨਹੀਂ ਸੀ ਲੱਗਦੇ। ਤੇ ਇਹਨਾਂ ਦੀ ਮਾਤਾ ਸਿਰਫ ਹੈਗੀ ਸੀ ਇੱਕ ਬਾਰੀ ਵਿੱਚ ਦੀ, ਉਹ ਅੰਦਰ ਇੱਕ ਬੁਰਕੀ ਰੱਖ ਦਿੰਦੀ ਹੁੰਦੀ ਸੀ। 24 ਘੰਟਿਆਂ ਦੇ ਵਿੱਚ ਉਹਨਾਂ ਨੇ ਇੱਕ ਬੁਰਕੀ ਮਤਲਬ ਕਿ ਉਹ ਪ੍ਰਸ਼ਾਦਾ ਛਕ ਕੇ, ਉਹ ਜਿਵੇਂ ਭਾਰੀ ਕਰੀ ਤਪੱਸਿਆ ਵੱਡੇ ਭਾਗ ਹਰਸਿਮ ਬਣਿਆ ਆਈ। ਹਾਂਜੀ, ਇਹ ਪੰਕਤੀ ਨੂੰ ਲੈ ਕਰਕੇ ਵੀ ਮੈਂ ਮਤਲਬ ਕਿ ਗੁਰੂ ਸਾਹਿਬ ਦੀ ਇਹ ਪੰਕਤੀ ਕਮਾਉਣੀ ਹੈਗੀ ਆ। ਹਾਂਜੀ, ਤੇ ਉਹ ਜਦੋਂ ਫਿਰ ਇਹ ਕਰਕੇ ਆਏ ਤੇ ਸਰੀਰ ਇਹਨਾਂ ਦਾ ਬਹੁਤ ਕਮਜ਼ੋਰ ਹੋ ਗਿਆ ਸੀ, ਬਹੁਤ। ਫਿਰ ਸੰਤ ਕਰਤਾਰ ਸਿੰਘ ਜੀ ਨੇ ਥੋੜ੍ਹਾ ਜਿਹਾ ਇਹਨਾਂ ਨੂੰ ਕਿਹਾ ਸੀ, ਸਿੰਘਾ ਇਹ ਨਾਨਕ ਸੋ ਪ੍ਰਭ ਸਿਮਰਿਆ ਤਿਸ ਦੇ ਹੀ ਕੋਪਾਲ, ਸਭ ਕੁਛ ਕਰਨਾ ਤੂੰ ਆਉਣ ਵਾਲੇ ਮਤਲਬ ਦੇਖੋ ਇਹ ਬਚਨ ਹੁੰਦੇ ਆ, ਕੀ ਪਤਾ ਤੇਰੇ ਤੋਂ ਕੋਈ ਸੇਵਾ ਲੈਣੀ ਹੋਵੇ, ਸੇਵਾ ਕਰਨੀ ਹੋਵੇ ਸਰੀਰ, ਇਹ ਸਰੀਰ ਨਾਲ ਸੇਵਾ ਵੀ ਕਰਨੀ ਪੈ ਸਕਦੀ ਹੈਗੀ। ਇਹੋ ਜਿਹੇ ਬਚਨ ਵੀ ਸੰਤਾਂ ਨੇ ਕੀਤੇ। ਫਿਰ ਜਦੋਂ ਸੰਤ ਕਥਾ ਕਰਦੇ ਹੁੰਦੇ ਸੀਗੇ ਸੰਤ ਕਰਤਾਰ ਸਿੰਘ ਜੀ, ਤੇ ਉਹਨਾਂ ਦਾ ਬਚਨ ਦਾ ਸੰਤਾਂ ਦੇ, ਤਾਂ ਤੁਹਾਨੂੰ ਜੀਵਨ ਬਾਰੇ ਮੈਂ ਦੱਸ ਰਿਹਾ ਕਿਉਂਕਿ ਅੱਜ ਸਾਡੇ ਨੌਜਵਾਨ ਬਹੁਤੇ ਸੰਤ ਜਰਨੈਲ ਸਿੰਘ ਦਾ ਨਾਮ ਵਰਤਦੇ ਆ। ਸੰਤ ਸਾਡੇ ਨੌਜਵਾਨ ਵੀਰ, ਮੈਂ ਵੀ ਕਈ ਵਾਰ ਸੋਚਦਾ ਹੁੰਦਾ, ਪਰ ਅਸੀਂ ਕਹਿ ਕੁਝ ਨਹੀਂ ਸਕਦੇ ਕਿਉਂਕਿ ਸਿਰਫ ਨਾਂ ਦੇ ਨਾਲ ਕੁਝ ਨਹੀਂ ਬਣਨਾ, ਨਾਂ ਦੇ ਨਾਲ ਕੁਝ ਨਹੀਂ ਹੋ ਸਕਦਾ। ਸੰਤ ਜਰਨੈਲ ਸਿੰਘ ਦੇ ਜੀਵਨ ਤੋਂ ਸਾਨੂੰ ਪਹਿਲਾਂ ਜੀਵਨ ਜਾਚ ਸਿੱਖਣੀ ਚਾਹੀਦੀ ਹੈ ਵੀ ਉਹ ਕਿਵੇਂ ਇੱਥੇ ਪਹੁੰਚਿਆ ਹੈਗਾ, ਕਿਵੇਂ ਅੱਜ ਉਹਦੀ ਦੁਨੀਆ ਨੂੰ ਅੱਜ ਵੀ ਸਾਰੇ ਜਿਹੜੇ ਹੈਗੇ ਸਰਕਾਰਾਂ ਵੀ ਜਿਹੜੀਆਂ ਨੇ ਅੱਜ ਵੀ ਡਰੀ ਜਾਂਦੀਆਂ ਨੇ ਉਹਨਾਂ ਦੇ ਨਾਮ ਲੈਣ ਤੋਂ, ਅੱਜ ਵੀ ਡਰੀ ਜਾਂਦੀਆਂ ਨੇ ਉਹਨਾਂ ਦੇ ਫੋਟੋ ਲਾਉਣ ਤੋਂ। ਕਾਰਨ ਕੀ ਆ? ਕਿਉਂਕਿ ਉਹਨਾਂ ਦਾ ਪ੍ਰੈਕਟੀਕਲ ਜੀਵਨ ਸੀਗਾ, ਪ੍ਰੈਕਟੀਕਲ ਲਾਈਫ ਉਹਨਾਂ ਨੇ, ਔਰ ਉਹ ਗੁਰਬਾਣੀ ਦਾ ਜੀਵਨ ਆਧਾਰ, ਗੁਰਬਾਣੀ ਜੀਵਨ ਬਣਾ ਲਿਆ ਸੀ ਉਹਨਾਂ ਨੇ। ਔਰ ਫਿਰ ਸੰਤਾਂ ਨੇ ਇਹਨਾਂ ਨੂੰ ਕਿਹਾ, ਕਥਾ ਕਰਦਿਆਂ ਕਈ ਵਾਰ ਸੰਤ ਕਰਤਾਰ ਸਿੰਘ ਜੀ ਨਾਰੰਗਵਾਲ ਕਥਾ ਹੋ ਰਹੀ ਸੀ ਤੇ ਕਹਿਣ ਲੱਗੇ, ਭਾਈ ਸਿੱਖ ਦਾ ਜੀਵਨ ਇਹੋ ਜਿਹਾ ਹੋਣਾ ਚਾਹੀਦਾ, ਇਹ ਆਮ ਕਾਸਟਾਂ ਵਿੱਚੋਂ ਮਿਲ ਜਾਂਦਾ ਵੀ ਜਿਹੋ ਜਿਹਾ ਪੁਰਾਤਨ ਗੁਰਸਿੱਖਾਂ ਦਾ ਹੁੰਦਾ ਸੀ। ਭਾਈ ਅੱਜ ਕੱਲ੍ਹ ਵੀ ਜੀਵਨ ਦੇ ਵਿੱਚ ਕਈ ਹੈ, ਪਰ ਅੱਜ ਜਿਵੇਂ ਭਾਈ ਜਰਨੈਲ ਸਿੰਘ ਦਾ ਜੀਵਨ ਹੈਗਾ, ਉਹਨਾਂ ਤੋਂ ਵੀ ਸਾਨੂੰ ਜਾਚ ਸਿੱਖਣੀ ਚਾਹੀਦੀ ਹੈਗੀ ਹੈ। ਮਤਲਬ ਇਹੋ ਜਿਹੇ ਜੀਵਨ ਦੀਆਂ ਕੋਟੇਸ਼ਨਾਂ ਸੰਤ ਜਰਨੈਲ ਸਿੰਘ ਦਾ ਬਾਰ-ਬਾਰ ਇਹੀ ਗੱਲਾਂ ਜ਼ਿਕਰ ਕਰਦੇ ਸੀ ਵੀ ਸੰਤ ਗੁਰਬਚਨ ਸਿੰਘ ਜੀ ਵੀ ਉਹਨਾਂ ਦੇ ਜੀਵਨ ਦਾ ਜਿਹੜਾ ਸੰਗਤ ਵਿੱਚ ਉਦਾਹਰਨ ਦਿੰਦੇ ਸੀ ਤੇ ਫਿਰ ਏਡੀ ਵੱਡੀਆਂ ਕੁਰਬਾਨੀਆਂ ਹੁੰਦੀਆਂ। ਸੋ ਇਸ ਕਰਕੇ ਮੈਂ ਤਾਂ ਇਹ ਤੁਹਾਨੂੰ ਵਿਸਥਾਰ ਦੇ ਨਾਲ ਥੋੜ੍ਹਾ ਜਿਹਾ ਦੱਸ ਰਿਹਾ ਜਾਣੀਆਂ ਗੱਲ ਵੀ, ਕਿਉਂਕਿ ਇਹ ਚੀਜ਼ਾਂ ਸਾਰੀਆਂ ਨੇ ਉਹ ਭਾਵੇਂ ਕਿਤਾਬਾਂ ਬਹੁਤ ਲਿਖੀਆਂ ਗਈਆਂ ਨੇ, ਬਹੁਤ ਕੁਝ ਹੋਇਆ, ਹੋਰ ਕਈ ਕਿਤਾਬਾਂ ਐਸੀਆਂ ਲਿਖੀਆਂ ਗਈਆਂ ਨੇ, ਜਦੋਂ ਕੁਝ ਕਿਤਾਬਾਂ ਹੁਣ ਸੰਤ ਜਰਨੈਲ ਸਿੰਘ ਦੇ ਬਾਰੇ ਬਹੁਤ ਲਿਖੀਆਂ ਪਈਆਂ ਨੇ। ਤਕਰੀਬਨ ਮੈਂ ਸਮਝਦਾ ਕੋਈ 200-250 ਕਿਤਾਬ ਉਹ ਲਿਖੀ ਹੋਈ ਆ, ਜਿਨ੍ਹਾਂ ਦਾ ਜਿਨ੍ਹਾਂ ਨੇ ਕਿਤਾਬਾਂ ਲਿਖੀਆਂ ਨੇ ਉਹ ਸਿਰਫ 1984 ਤੋਂ ਬਾਅਦ ਦਾ ਜੀਵਨ ਲਿਖਦੇ ਆ। 1984 ਤੋਂ ਬਾਅਦ ਸੰਤ ਜਰਨੈਲ ਸਿੰਘ ਦੀ ਸਿਰਫ ਗੱਲ ਲਿਖਦੇ ਹੈਗੇ ਆ, ਤੇ ਉਹਨਾਂ ਨੂੰ ਦੂਜਾ ਪੱਖ ਹੀ ਲਿਖਲੇ, ਪਹਿਲਾ ਪੱਖ ਉਹਨਾਂ ਨੇ ਬਿਲਕੁਲ ਇਗਨੋਰ ਕੀਤਾ ਹੋਇਆ। ਜਿਹੜਾ ਪਹਿਲਾ ਜੀਵਨ ਦਾ ਪੱਖ ਹੈਗਾ ਸੰਤ ਜਰਨੈਲ ਸਿੰਘ ਦਾ, ਅਧਿਆਤਮਕ ਪੱਖ ਜਿਹੜਾ ਹੈਗਾ ਉਹ ਬਿਲਕੁਲ ਉਹਨਾਂ ਕਿਤਾਬਾਂ ਦੇ ਵਿੱਚ ਇਗਨੋਰ ਹੈਗਾ। ਮੈਂ ਕਈ ਵਾਰ ਤੇ ਉਸ ਜੀਵਨ ਦੇ ਵਿੱਚ ਵੀ ਕਈ ਐਸੀਆਂ ਚੀਜ਼ਾਂ ਲਿਖੀਆਂ ਨੇ ਜਿਹੜੀਆਂ ਕਦੀ ਅਸੀਂ ਤਾਂ ਨਾਰ ਨੇ ਕੱਲੀ ਘਟਨਾਵਾਂ ਦਾ ਪਤਾ ਹੈਗਾ ਸੀਗਾ, ਲੇਕਿਨ ਅਸੀਂ ਇਸ ਕਰਕੇ ਸੋਚ ਲੈਂਦੇ ਵੀ ਚੱਲ ਠੀਕ ਹੈ ਇਹ ਲਿਖਾਰੀ ਨੇ ਲਿਖੀਆਂ ਨੇ, ਉਹਨੇ ਆਪਣਾ ਵੀ ਕੁਝ ਕਰਨ ਸੋਚਣਾ ਪਾਉਣਾ, ਇਨਸਾਫ ਨਹੀਂ ਕੀਤਾ ਕਿ ਉਹਨਾਂ ਦੇ ਜੀਵਨ ਦੇ ਨਾਲ। ਤਾਂ ਇਸ ਕਰਕੇ ਇਹ ਜ਼ਰੂਰ ਹੈਗਾ ਵੀ ਉਹਨਾਂ ਦੇ ਜੀਵਨ ਦੇ ਨਾਲ ਬਹੁਤਾ ਇਸ ਕਰਕੇ ਨਹੀਂ ਇਨਸਾਫ ਹੋਇਆ ਵੀ ਉਹਨਾਂ ਦਾ ਇੱਕ ਪੱਖ ਹੀ ਉਜਾਗਰ ਕਰਕੇ ਉਹਨਾਂ ਦਾ ਇੱਕ ਰੂਪ ਦੇ ਦਿੱਤਾ ਗਿਆ, ਦੂਸਰਾ ਰੂਪ ਨੂੰ ਇਗਨੋਰ ਕਰ ਦਿੱਤਾ ਗਿਆ। ਦੂਸਰਾ ਸੰਤ ਜਰਨੈਲ ਸਿੰਘ ਦਾ ਜੀਵਨ ਧਾਰਮਿਕ ਤੌਰ ਦੇ ਉੱਤੇ, ਅਧਿਆਤਮਿਕ ਤੌਰ ਦੇ ਉੱਤੇ, ਫਿਰ ਜੇ ਸਮਾਜਿਕ ਤੌਰ ਦੇ ਉੱਤੇ, ਔਰ ਜਿਹੜਾ ਸਿੱਖ ਧਰਮ ਦੇ ਜੋ ਗੁਰੂ ਸਾਹਿਬ ਨੇ ਜੀਵਨ ਦੱਸਿਆ ਹੈਗਾ ਉਹਦੇ ਉੱਤੇ ਉਹਨਾਂ ਨੇ ਆਪਣਾ ਜੀਵਨ ਢਾਲਿਆ ਹੈਗਾ, ਉਹਦੇ ਉੱਤੇ ਉਹਨਾਂ ਨੂੰ ਜੀਵਨ ਬਤੀਤ ਕੀਤਾ। ਚਾਹੇ ਉਹ ਧਰਮ ਯੁੱਧ ਮੋਰਚੇ ਦਾ ਸਮਾਂ ਹੈਗਾ, ਚਾਹੇ ਉਦੋਂ ਪਹਿਲਾਂ ਦਾ ਸਮਾਂ ਹੈਗਾ, ਚਾਹੇ ਉਹ ਜੇਲ੍ਹ ਦੇ ਵਿੱਚ ਗਏ ਉੱਥੇ ਵੀ ਉਹੀ ਸਮਾਂ ਉਹਨਾਂ ਨੇ ਦੱਸਿਆ ਹੈਗਾ, ਚਾਹੇ ਜਿੰਨੀਆਂ ਵੀ ਉੱਤੇ ਔਕੜਾਂ ਆਈਆਂ ਨੇ ਉਹਦੇ ਵਿੱਚ ਉਹ ਬਾਅਦ ਦੀਆਂ ਅੱਗੇ ਉਹਨਾਂ ਦੇ ਜੀਵਨ ਦੇ ਵਿੱਚ ਆਉਣੀਆਂ ਨੇ ਜਦੋਂ ਉਹਨਾਂ ਦਾ ਆਪਾਂ ਜੀਵਨ ਸ਼ੁਰੂ ਕਰਾਂਗੇ। ਅਜੇ ਉਹਨਾਂ ਦੇ ਮੈਂ ਪਿਛੋਕੜ ਸਾਰੀ ਦੱਸ ਰਿਹਾ ਵੀ ਸੰਤ ਜਰਨੈਲ ਸਿੰਘ ਨੇ ਘਾਲਣਾ ਕੀ ਕਰ ਲਈ ਹੈਗੀ, ਕਮਾਈ ਕਿੰਨੀ ਕੀਤੀ ਹੈਗੀ, ਉਸ ਪਰਿਵਾਰ ਦੀ ਕਿੰਨੀ ਕਮਾਈ ਹੈਗੀ ਆ, ਵੀ ਸੰਤਾਂ ਦੀ ਮਾਤਾ ਦੀ ਕਿੰਨੀ ਕਮਾਈ ਹੈਗੀ ਆ। ਔਰ ਸੰਤ ਗੁਰਬਚਨ ਸਿੰਘ, ਸੰਤ ਕਰਤਾਰ ਸਿੰਘ ਜੀ ਹੋਰਾਂ ਦੇ ਨਾਲ ਸੰਤਾਂ ਨੇ ਕਈ ਵੇਰਾਂ ਸੰਤ ਕਰਤਾਰ ਸਿੰਘ ਜੀ ਹੋਰਾਂ ਨੇ ਜਿਹੜੀ ਕੋਈ ਜ਼ਿੰਮੇਵਾਰੀ ਸੌਂਪਣੀ ਹੁੰਦੀ ਉਹ ਸੰਤ ਜਰਨੈਲ ਸਿੰਘ ਨੂੰ ਸੌਂਪਦੇ ਹੁੰਦੇ ਸੀਗੇ। ਬਾਬਾ ਠਾਕਰ ਸਿੰਘ ਜੀ ਹੋਰਾਂ ਦੀ ਗੱਲ, ਹਾਲਾਂਕਿ ਸੰਤ ਕਰਤਾਰ ਸਿੰਘ ਜੀ ਹੋਰਾਂ ਦੇ ਬਚਨ ਆਉਂਦੇ ਨੇ,
ਜਦੋਂ ਵੀ ਕੋਈ ਕਹਿਣਾ, ਜਦੋਂ ਨਿਰੰਕਾਰੀਆਂ ਦੇ ਨਾਲ ਨਕਲੀ ਨਿਰੰਕਾਰੀਆਂ ਦੇ ਨਾਲ ਸਾਡਾ ਮੋਰਚਾ ਸ਼ੁਰੂ ਹੋਇਆ ਤੇ ਸੰਤ ਕਰਤਾਰ ਸਿੰਘ ਜੀ ਦੇ ਵਚਨ ਆਉਂਦੇ ਸੀ, ਕਈ ਵਾਰ ਉਹਨਾਂ ਨੇ ਕਹਿਣਾ, ਸਿੰਘੋ ਵੀ ਜੇ ਕੋਈ ਸਮਾਂ ਇਹੋ ਜਿਹਾ ਆ ਜਾਵੇ ਜਦੋਂ ਭੀੜ ਪੈ ਜਾਵੇ ਤੇ ਮੇਰੇ ਤੋਂ ਪਿੱਛੋਂ ਭਾਈ ਠਾਕਰ ਸਿੰਘ ਦੀ ਗੱਲ ਨਹੀਂ ਮੋੜਨੀ। ਬਾਬਾ ਠਾਕਰ ਸਿੰਘ ਦੇ ਵਚਨ ਮੰਨਣਾ ਹੈਗਾ, ਜੋ ਇਹ ਕਹਿਣ ਉਹ ਕਰਨਾ ਹੈਗਾ। ਇਹੀ ਵਚਨ ਸੰਤ ਜਰਨੈਲ ਸਿੰਘ ਨੇ ਕਹੇ ਹੋਏ ਨੇ ਵੀ ਸਾਡੇ ਤੋਂ ਪਿੱਛੋਂ ਕੋਈ ਭੀੜ ਪੈਂਦੀ ਹੈਗੀ ਆ, ਬਾਬਾ ਠਾਕਰ ਸਿੰਘ ਜੀ ਦਾ ਵਚਨ ਕਦੀ ਨਹੀਂ ਮੋੜਨਾ। ਬਾਬਾ ਠਾਕਰ ਸਿੰਘ ਜੀ ਦੀ ਸੰਤ ਸੁੰਦਰ ਸਿੰਘ ਜੀ ਹਰਾਂ ਤੋਂ ਲੈ ਕੇ ਕਮਾਈ ਹੈਗੀ ਸੀ। ਜੀ ਸਰ, ਭਾਵੇਂ ਅਸੀਂ ਜੂਨ 1984 ਦੇ ਘੱਲੂਘਾਰੇ ਦੀ ਗੱਲ ਹੀ ਕਰਨੀ ਹੈ, ਪਰ ਅੱਜ ਬਹੁਤ ਵਧੀਆ ਰਹੀ ਇਹ ਵਿਚਾਰ, ਕਿਉਂਕਿ ਸਾਰਾ ਪਿਛੋਕੜ ਪਤਾ ਲੱਗਿਆ। ਕਿਉਂਕਿ ਕਈ ਵਾਰੀ ਸੁਣਨ ਵਾਲੇ, ਦੇਖਣ ਵਾਲੇ ਨੇ, ਉਹਨਾਂ ਨੇ ਕੁਝ ਗੱਲਾਂ ਸੁਣੀਆਂ ਹੁੰਦੀਆਂ ਨੇ, ਪਰ ਉਹਨਾਂ ਨੂੰ ਪੂਰਾ ਪਿਛੋਕੜ ਪਤਾ ਨਹੀਂ ਹੁੰਦਾ। ਸੋ ਅੱਜ ਦੀ ਇਸ ਗੱਲਬਾਤ ਤੋਂ, ਵਿਚਾਰ ਤੋਂ ਇਹ ਗੱਲ ਬਿਲਕੁਲ ਸਪਸ਼ਟ ਹੋਈ ਹੈ ਕਿ ਪ੍ਰਧਾਨ ਮੰਤਰੀ ਉਸ ਵੇਲੇ ਦੀ ਇੰਦਰਾ ਗਾਂਧੀ ਦੇ ਮਨ ਵਿੱਚ ਸਿੱਖਾਂ ਪ੍ਰਤੀ ਨਫ਼ਰਤ ਸੰਤ ਕਰਤਾਰ ਸਿੰਘ ਜੀ ਦੇ ਉਹਨਾਂ ਬੋਲਾਂ ਤੋਂ ਬਾਅਦ ਹੀ ਪੈਦਾ ਹੋ ਗਈ ਸੀ, ਜਦੋਂ ਉਹਨਾਂ ਨੇ ਕਹਿ ਦਿੱਤਾ ਸੀ ਕਿ ਤੁਸੀਂ ਇੱਥੇ ਆ ਕੇ ਕੋਈ ਅਹਿਸਾਨ ਨਹੀਂ ਕੀਤਾ ਤੇ ਬਾਕੀ ਤੁਸੀਂ ਆਪਣੇ ਵਡੇਰਿਆਂ ਨੂੰ ਯਾਦ ਕਰੋ ਤੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਯਾਦ ਕਰੋ। ਤੇ ਇਹ ਗੱਲਾਂ ਬਿਲਕੁਲ ਜਾਣਨੀਆਂ ਜ਼ਰੂਰੀ ਨੇ। ਅਸੀਂ ਘੱਲੂਘਾਰੇ ਦੀ ਗੱਲ ਵੀ ਕਰਾਂਗੇ। ਅੱਜ ਅਸੀਂ ਇਸ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਬਹੁਤ ਤੁਹਾਡਾ ਧੰਨਵਾਦ। ਅਗਲੀ ਗੱਲਬਾਤ ਸਾਡੀ ਜਾਰੀ ਰਹੇਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।